ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਚੱਕਰ ਚਹਿਨ ਅਰ ਵਰਨ ਜਾਤ ਅਰ ਪਾਤ ਨਹਿਨ ਜਹ। रूप रंग अर रेख पेख को कह न सकत कहे। अचल मूरत अनभव प्रकाश अमितोज कह जय। कोट इंद्र इंद्राण साहि साहान गणिजय। त्रिभुवन महीप सुर नर असुर। नेत नेत बन तृण कहत। तो सर्ब नाम कथै कवन। कर्म नाम वरनत सुमत। जेता समुंद सागर नीर भरिया। तेते अवगुण हमारे। दया करहो किछ मेहर उपावहो। डुबदे पत्थर तार कूप भरियो जैसे दादरा। कछ देश विदेश ना बूझ। ऐसे मेरा मन बिखया बिमोहिया। कछ आरा पार न सूझ। हम मैले तुम्हें उजल करते। हम मूर्ख हम निर्गुण तू दाता। हम मूर्ख तू चतुर सयाने। तू सर्ब कला का ज्ञाता। ना हो जति सती नहीं पढ़िया। मूर्ख मुगदा जन्म भया। प्रणवत नानक तिन की सरना। जिन तू नाही विसरिया। सज्जन सच्चा पातशाह सिर साहांद साहो। जिस पास बैठिया सोही है सबना दा वेसा। सो कहो टल गुर सेविया। अहनस सहज सुभाए। दर्शन परसय गुरु के। जन्म मरण दुख जाए। होवै सिफत खसम दी। नूर अरसों कुरसों चटिया। तुद डिठे सच्चे पातशाह। मल जन्म जन्म दी कटी है। सज्जन सच्चा पातशाह। सिर साहांद साहो। जिस पास बैठिया सोहिया। सबना दा वेसा हो।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੇ। ਇਕ ਓੰਕਾਰ ਸਤਿਗੁਰ ਪ੍ਰਸਾਦ। ਸਾਨਕ ਸਨੰਦ ਮਹੇਸ਼ ਸਮਾਨਾ। ਸੇਖ ਨਾਗ ਤੇਰੋ ਮਰਮ ਨਾ ਜਾਨਾ। ਸਾਨਕ ਸਨੰਦ ਮਹੇਸ਼ ਸਮਾਨਾ। ਸੇਖ ਨਾਗ ਤੇਰੋ ਮਰਮ ਨਾ ਜਾਨਾ। ਸੰਤ ਸੰਗਤ ਰਾਮ ਹਿਰਦੈ ਬਸਾਈ। ਰਹਾਉ ਹਨੂਮਾਨ ਸਰ ਗਰੁੜ ਸਮਾਨਾ। ਸੁਰਪਤ ਨਰਪਤ ਨਹੀਂ ਗੁਣ ਜਾਨਾ। ਚਾਰ ਵੇਦ ਅਰ ਸਿਮਰਤ ਪੁਰਾਨਾ। ਕਮਲਾ ਪਤ ਕਬਲਾ ਨਹੀਂ ਜਾਨਾ। ਕਹਿ ਕਬੀਰ ਸੋ ਭਰਮ ਨਾਹੀ। ਪਗ ਲਗ ਰਾਮ ਰਹਿ ਸਰ ਨਾਹੀ। ਕਹਿ ਕਬੀਰ ਸੋ ਭਰਮ ਨਾਹੀ। ਪਗ ਲਗ ਰਾਮ ਰਹਿ ਸਰ ਨਾਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ। ਜੋ ਤੂੰ ਦੇਹ ਸੋ ਕਹਾਂ ਸੁਆਮੀ। ਮੈਂ ਮੂਰਖ ਕਹਿਣ ਨਾ ਜਾਈ। ਪਤਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਤਰਲੋਕੀ ਨਾਥ। ਸਰਵਰੇ ਕਾਇਨਾਤ ਦੇ ਸਾਂਝੇ ਰਹਿਬਰ ਵਾਲੀਏ ਕੁਲ ਆਲਮ ਦੋ ਜਹਾਨ ਵਾਲੀ। ਛਤਰ ਚਬਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਨਾਮ ਕੇ ਜਹਾਦ। ਸ਼ਬਦਾ ਅਵਤਾਰ ਗੁਰਤਾ ਗੱਦੀ ਤੇ ਵਿਰਾਜਮਾਨ। ਜੁਗੋ ਜੁਗ ਅਟਲ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਗੁਰਦੇਵ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ। ਤਿਆਗ ਔਰ ਵਿਰਾਗ ਦੀ ਮੂਰਤ ਹਿੰਦ ਦੀ ਚਾਦਰ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਅਸਥਾਨ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਾਤਸ਼ਾਹੀ ਨਾਮੀ ਪਟਿਆਲਾ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ
ਦਰਸ਼ਨ ਦੀਦਾਰ ਕਰ ਰਹੇ, ਯਾਤਰਾ ਕਰ ਰਹੇ ਗੁਰੂ ਪਿਆਰੇ, ਗੁਰੂ ਸਵਾਰੇ, ਗੁਰੂ ਖਾਲਸਾ ਜੀ, ਸਤਿਗੁਰੂ ਸਾਹਿਬ ਜੀ ਨੇ ਅਥਾਹ ਤਰਸ ਕੀਤਾ ਹੈ। ਆਪਣੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਦਰਸ਼ਨ ਬਖਸ਼ੇ ਹਨ। ਗੁਰੂ ਕੇ ਕੀਰਤਨੀਏ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਕੇ ਗਏ ਹਨ। ਅੰਮ੍ਰਿਤ ਵੇਲੇ ਤੋਂ ਮਹਾਰਾਜ ਦੇ ਦਰਬਾਰ ਸਜੇ ਹਨ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਜੀ ਦੀ ਵਾਰ ਦੇ ਕੀਰਤਨ ਹੋਏ ਹਨ, ਜੋ ਖਾਲਸੇ ਦੀ ਪੰਥ ਦੀ ਗੁਰੂ ਘਰ ਦੀ ਪਰੰਪਰਾ ਹੈ। ਭਾਈ ਨੰਦ ਲਾਲ ਜੀ ਲਿਖਦੇ ਹੈ, ਗੁਰਸਿੱਖ ਰਹਿਤ ਸੁਨੋ ਮੇਰੇ ਮੀਤ, ਉੱਠ ਪ੍ਰਭਾਤ ਕਰੇ ਹਿਤ ਚੀਤ, ਵਾਹਿਗੁਰੂ ਪੁਨ ਮੰਤਰ ਜਾਪ, ਕਰੇ ਇਸ਼ਨਾਨ ਪੜੇ ਜਪ ਜਾਪ, ਦਰਸ਼ਨ करे मेरा पुन आए, अदब स्यों बैठ गुरहित चित लाए, तीन पहर जब बीते जान, कथा सुने गुरहित चित ठान। सो गुरु परंपरा दी प्राचीन काल तो ये मर्यादा रही है कि अमृत वेले दे दीवाना विच नितनेम, आसा जी दी वार दे कीर्तन के गुर शब्द दी विचार दी सतगुरु साहब जी ने सानू ये मर्यादा दृढ़ कराई है। सो गरीब नवाज पातशाह जी ने तरस किया है, गुरसिखां नू दर्शन करन दा सुभाग बख्शिया है। गरीब नवाज पातशाह जी अपनी पावन बचन विच बाणी विच फरमान करते हैं, जिन हर जन सतगुर संगत पाई, तिन धुर मस्तक लिखिया लिखास। ਜਿਹੜੇ ਗੁਰੂ ਕੇ ਪਿਆਰੇ ਹਰੀ ਦੇ ਜਨ ਸਤ ਸੰਗਤ ਵਿੱਚ ਹਾਜ਼ਰੀਆਂ ਭਰਦੇ ਹਨ, ਉਹ ਖਾਲਸਾ ਜੀ ਪਿਛਲੇ ਕਰਮਾਂ ਕਰਕੇ ਹੀ ਸਾਨੂੰ ਇਹਦਾ ਸੁਭਾਗ ਮਿਲਿਆ ਹੈ। ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦਾ ਫਰਮਾਨ ਹੈ, ਧੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ, ਤਾਂ ਤਿਨੀ ਸਤਿਗੁਰ ਧਿਆਇਆ, ਇਹਨਾਂ ਜਨਤਾ ਕੈ ਬਸ ਕਿਛ ਨਹੀਂ, ਤੁਧ ਵੇਖੀ ਜਗ ਤੋਂ ਪਾਇਆ, ਇੱਕ ਨਾਨੋ ਤੂੰ ਮੇਲ ਲਹਿ, ਇੱਕ ਆਪੋ ਤੁਧ ਖਵਾਇਆ, ਗੁਰ ਕਿਰਪਾ ਤੇ ਜਾਣਿਆ, ਜਿੱਥੈ ਤੁਧ ਆਪ ਬੁਝਾਇਆ। ਇਹ ਸਤ ਸੰਗਤ ਵਿੱਚ ਆ ਕਰਕੇ ਖਾਲਸਾ ਜੀ ਇਸ ਪੰਕਤੀਆਂ ਦੇ, ਇਸ ਸ਼ਬਦ ਦੀ, ਇਸ ਪੌੜੀ ਦੀ ਮਹਾਨਤਾ ਪਤਾ ਲੱਗਦੀ ਹੈ। ਜਿਸ ਤਰ੍ਹਾਂ ਸਾਡੇ ਸਾਰੇ ਪਰਿਵਾਰ ਦੇ ਵਿੱਚੋਂ ਸੱਚੇ ਪਾਤਸ਼ਾਹ ਨੇ ਤਰਸ ਕੀਤਾ ਹੈ ਕਿ ਸਾਨੂੰ ਆਪਣੀ ਗੋਦ ਵਿੱਚ ਇਸ ਕਲਯੁਗ ਦੇ ਧੰਦੇ ਧੰਦਾਰਾਂ ਵਿੱਚੋਂ ਆਪ ਲੈ ਕਰਕੇ ਬਾਂਹ ਫੜ ਕੇ ਇਸ ਸੰਗਤ ਵਿੱਚ ਲੈ ਕੇ ਆਏ ਹੈ। ਬਾਕੀ ਸਾਰਾ ਸੰਸਾਰ, ਸਾਡਾ ਪਰਿਵਾਰ ਗਫਲਤ ਦੀ ਨਿੰਦਰਾ ਵਿੱਚ ਸੁੱਤਾ ਹੋਇਆ ਹੈ। ਗੁਰੂ ਸਾਹਿਬ ਨੇ ਤਰਸ ਕੀਤਾ ਹੈ। ਇਹ ਤਰਸ ਕਿਉਂ ਕੀਤਾ ਹੈ? ਕਿਉਂਕਿ ਸਾਡੇ ਕਰਮਾਂ ਵਿੱਚ ਮਹਾਰਾਜ ਨੇ ਸਤ ਸੰਗਤ ਲਿਖ ਕੇ ਭੇਜੀ ਸੀ। ਇੱਕ ਨਾਨੋ ਤੂੰ ਮੇਲ ਲੈ, ਇੱਕ ਆਪੋਂ ਥੁਦ ਖਵਾਇਆ। ਇੱਕ ਪਰਮੇਸ਼ਰ ਸਾਹਿਬ ਨੇ ਆਪ ਹੀ ਖਵਾਏ ਹੋਏ ਹਨ। ਉਹ ਆਪਣੇ ਘਰ ਪਰਿਵਾਰ ਵਿੱਚ ਬੈਠੇ ਹਨ, ਧੰਦੇ ਧੰਦਾਰਾਂ ਵਿੱਚ, ਰੁਝੇਵਿਆਂ ਵਿੱਚ ਬੈਠੇ ਹਨ। ਸਤ ਸੰਗਤ ਵੱਲੋਂ ਉਹਨਾਂ ਦਾ ਪ੍ਰੇਮ ਨਹੀਂ ਜਾਗਿਆ ਹੈ। ਕਿਉਂ ਨਹੀਂ ਜਾਗਿਆ ਹੈ? ਕਿਉਂਕਿ ਗੁਰੂ ਸਾਹਿਬ ਨੇ ਉਹਨਾਂ ਤੇ ਤਰਸ ਨਹੀਂ ਕੀਤਾ ਹੈ। ਤੇ ਇਸ ਗੱਲ ਦੀ ਪਤਾ ਸਮਝ, ਇਸ ਗੱਲ ਦੀ ਮਹਿਮਾ, ਇਸ ਸਤ ਸੰਗਤ ਦੀਆਂ ਘੜੀਆਂ ਦੀ ਮਹਾਨਤਾ ਪਤਾ ਕਿੱਦਾਂ ਲੱਗਦੀ ਹੈ? ਗੁਰ ਕਿਰਪਾ ਤੇ ਜਾਣਿਆ, ਜਿੱਥੇ ਤੁਧ ਆਪ ਬੁਝਾਇਆ। ਗੁਰੂ ਦੀ ਕਿਰਪਾ ਨਾਲ ਜਾਣਿਆ ਜਾ ਸਕਦਾ ਹੈ। ਤੇ ਗੁਰੂ ਦੀ ਕਿਰਪਾ ਕਿੱਥੇ ਵਰਸਦੀ ਹੈ? ਸਤ ਸੰਗਤ ਵਿੱਚ ਵਰਸਦੀ ਹੈ। ਮਾਧੋ ਸਤ ਸੰਗਤ ਸ਼ਰਨ ਤੁਮਾਰੀ। ਮਹਾਰਾਜ ਤੁਹਾਡੀ ਸ਼ਰਨ ਦੇ ਵਿੱਚ ਆ ਕਰਕੇ, ਸਤ ਸੰਗਤ ਵਿੱਚ ਆ ਕਰਕੇ ਗੱਲਾਂ ਗੁਰੂ ਦੀ ਕਿਰਪਾ ਵਰਸਦੀ ਹੈ, ਪ੍ਰਾਪਤੀ ਹੁੰਦੀ ਹੈ। ਸੋ ਸਾਡੇ ਸਭਨਾਂ ਦੇ ਅਤਿਅੰਤ ਭਾਗ ਹਨ। ਸਤਿਗੁਰੂ ਸਾਹਿਬ ਜੀ ਨੇ ਤਰਸ ਕੀਤਾ ਹੈ, ਸਾਨੂੰ ਆਪਣੀ ਪਵਿੱਤਰ ਗੋਦ ਵਿੱਚ ਬਿਠਾਇਆ ਹੈ। ਆਪਣੇ ਪਾਵਨ ਬਚਨਾਂ ਵਿੱਚ, ਆਪਣੀ ਪਾਵਨ ਹਜ਼ੂਰੀ ਵਿੱਚ, ਆਪਣੀ ਪਵਿੱਤਰ ਸੰਗਤ ਦੇ ਦਰਸ਼ਨ ਬਖਸ਼ੇ ਹਨ। ਆਪਣੇ ਪਾਵਨ ਦਰਬਾਰਾਂ ਦੇ ਦਰਸ਼ਨ ਬਖਸ਼ੇ ਹਨ। ਇਹ ਨੇਤਰਾਂ ਨੂੰ ਪਵਿੱਤਰ ਕੀਤਾ ਹੈ, ਚਰਨਾਂ ਨੂੰ ਪਵਿੱਤਰ ਕੀਤਾ ਹੈ। ਆਪ ਜੀ ਚੱਲ ਕੇ ਆਏ ਹੋ, ਹੱਥ ਪਵਿੱਤਰ ਹੋ ਰਹੇ ਹੈ ਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਘਰ ਦੀ ਸੇਵਾ ਕਰਕੇ।
ਹੁਣ ਖਾਲਸਾ ਜੀ ਕੰਨਾਂ ਨੂੰ ਪਵਿੱਤਰ ਕਰਨਾ ਹੈ ਗੁਰਬਾਣੀ ਦੇ ਨਾਲ ਚਿੱਤ ਜੋੜ ਕਰਕੇ। ਵਿਦਵਾਨਾਂ ਨੇ ਲਿਖਿਆ ਹੈ ਕਿ ਜੋ ਗੁਰੂ ਕੀ ਬਾਣੀ ਹੈ ਇਹ ਅੰਮ੍ਰਿਤ ਹੈ। ਇਸ ਅੰਮ੍ਰਿਤ ਨੂੰ ਅਸੀਂ ਛਕਣਾ ਹੈ, ਤੇ ਜਦੋਂ ਵੀ ਕੋਈ ਪਦਾਰਥ ਛਕਣਾ ਹੁੰਦਾ ਉਹਦੇ ਲਈ ਬਰਤਨ ਚਾਹੀਦਾ ਹੁੰਦਾ, ਭਾਂਡਾ ਚਾਹੀਦਾ ਹੁੰਦਾ ਜਿਹਦੇ ਵਿੱਚ ਆਪਾਂ ਇਹ ਪਦਾਰਥ ਪਵਾਉਣੇ ਆ। ਤੋ ਵਿਦਵਾਨ ਸੱਜਣ ਕਹਿੰਦੇ ਆ ਕਿ ਜਿਹੜੇ ਕੰਨ ਨੇ ਇਹ ਡੂਨੇ ਹਨ, ਭਾਵ ਕੇ ਬਾਟੇ ਹਨ। ਇਹਨਾਂ ਕੰਨਾਂ ਰਾਹੀਂ ਅਸੀਂ ਅੰਮ੍ਰਿਤ ਪ੍ਰਾਪਤ ਕਰਕੇ ਆਪਣੇ ਹਿਰਦੇ ਦੇ ਵਿੱਚ ਛਕਣਾ ਹੈ। ਸੋ ਇਸ ਭਾਵਨਾ ਦੇ ਨਾਲ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠਣਾ ਹੈ ਕਿ ਗਰੀਬ ਨਿਵਾਜ ਤਰਸ ਕਰਕੇ ਆਪਣੀ ਪਾਵਨ ਬਾਣੀ, ਅਗਾਧ ਬੋਧ ਬਾਣੀ, ਐਸੀ ਬਾਣੀ ਜਿਸ ਬਾਣੀ ਨੂੰ ਸਤਿਗੁਰੂ ਸਾਹਿਬ ਜੀ ਕਹਿੰਦੇ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਆਪਾਂ ਸਾਰਾ ਸੰਸਾਰ ਚਿੰਤਾ ਦੇ ਵਿੱਚ ਹਾਂ। ਕੋਈ ਵੀ ਜੀਵ ਸੰਸਾਰ ਵਿੱਚ ਐਸਾ ਨਹੀਂ ਹੈ ਜਿਹੜਾ ਚਿੰਤਾ ਤੋਂ ਬਿਨਾ ਹੋਵੇ, ਪਰ ਇਹ ਸਾਰੀ ਚਿੰਤਾ ਸਾਧ ਸੰਗਤ ਜੀ ਗੁਰੂ ਕੀ ਬਾਣੀ, ਮਹਾਰਾਜ ਸਾਹਿਬ ਜੀ ਨੇ 7 ਵਚਨ ਲਿਖੇ ਐ, ਗੁਰ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ। ਗੁਰੂ ਕੀ ਬਾਣੀ ਤਿੰਨਾਂ ਕਾਲਾਂ ਵਿੱਚ ਸਤ ਹੈ ਤੇ ਗੁਰਬਾਣੀ ਦਾ ਅਟਲ ਫਰਮਾਨ ਹੈ, ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਸਾਰੀਆਂ ਚਿੰਤਾਵਾਂ ਗੁਰਬਾਣੀ ਨੂੰ ਸਰਵਣ ਕਰਨ ਦੇ ਨਾਲ, ਗੁਰਬਾਣੀ ਦੇ ਵਿਚਾਰ ਨੂੰ ਧਾਰਨ ਦੇ ਨਾਲ ਸਾਡੀਆਂ ਖਤਮ ਹੋ ਜਾਂਦੀਆਂ ਹਨ। ਸੋ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੀ ਇਸ ਪਾਵਨ ਬਾਣੀ ਦੀ ਵਿਚਾਰ ਸਰਵਣ ਕਰਨ ਵਾਸਤੇ ਹਿਰਦੇ ਦੀਆਂ ਭਾਵਨਾਵਾਂ ਨੂੰ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੋੜੀਏ। ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਅੰਦਰੋਂ ਅਰਦਾਸ ਕਰੀਏ, ਆਤਮਾ ਦੀ ਵੇਦਨਾ ਨਾਲ ਬੇਨਤੀ ਕਰੀਏ। ਸੱਚੇ ਪਾਤਸ਼ਾਹ ਜਿੰਨੀਆਂ ਘੜੀਆਂ ਆਪ ਜੀ ਨੇ ਆਪਣੀ ਸੰਗਤ ਵਿੱਚ ਬਖਸ਼ੀਆਂ ਹਨ, ਮਨ ਦੇ ਵਲਵਲੇ, ਮਨ ਦੇ ਵਿਚਾਰਾਂ ਨੂੰ ਸੰਕੋਚ ਕਰਕੇ ਮਹਾਰਾਜ ਆਪਣੇ ਚਰਨਾਂ ਵਿੱਚ ਬਖਸ਼ੋ, ਆਪਣੇ ਚਰਨਾਂ ਵਿੱਚ ਇਸ ਸਤ ਸੰਗਤ ਵਿੱਚ ਜੋੜੋ। ਆਓ ਖਾਲਸਾ ਜੀ ਮਹਾਰਾਜ ਜੀ ਦੇ ਪਾਵਨ ਗੁਰਬਾਗ ਦੀ ਵਿਚਾਰ ਸਰਵਣ ਕਰੀਏ, ਸੁਰਤਿਆਂ ਨੂੰ ਇਕਾਗਰ ਕਰੀਏ, ਰਸਨਾ ਨੂੰ ਪਵਿੱਤਰ ਕਰੀਏ। ਸਾਰੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਧਨਾਸਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ 11ਵੇਂ ਰਾਗ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 691 ਉੱਪਰ ਭਗਤਾਂ ਦੀ ਬਾਣੀ, ਭਗਤ ਕਬੀਰ ਸਾਹਿਬ ਜੀ ਸ਼੍ਰੋਮਣੀ ਭਗਤ, ਤਿੰਨਾਂ ਦੀ ਪਾਵਨ ਰਸਨਾ ਰਾਹੀਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਅੱਜ ਦੇ ਪਾਵਨ ਗੁਰਵਾਕ ਸਾਨੂੰ ਬਖਸ਼ ਰਹੇ ਹਨ। ਗਰੀਬ ਨਿਵਾਜ ਪਾਤਸ਼ਾਹ ਜੀ ਇਸ ਸ਼ਬਦ ਦੀ ਆਰੰਭਤਾ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦਾ ਮੰਗਲ ਕਰਦੇ ਹਨ। ਇੱਕ ਓੰਕਾਰ। ਅਕਾਲ ਪੁਰਖ ਵਾਹਿਗੁਰੂ ਜੋ ਇੱਕ ਹੈ, ਉਹ ਇੱਕ ਐਸੀ ਤਾਕਤ ਦਾ ਮਾਲਕ ਹੈ। ਓੰਕਾਰ ਜਿਸ ਤਰ੍ਹਾਂ ਇਹਦਾ ਉਚਾਰਨ ਹੈ ਸ਼ਬਦ ਦਾ, ਇਹ ਸਮਝੀਏ ਕਿ ਇਸ ਉਚਾਰਨ ਦੇ ਵਿੱਚ ਸਾਰੇ ਸੰਸਾਰ ਦੀ ਉਤਪਤੀ ਹੈ, ਸਾਰੇ ਸੰਸਾਰ ਦਾ ਵਿਸਥਾਰ ਹੈ, ਤੇ ਇਸੇ ਵਿੱਚ ਹੀ ਸਾਰਾ ਸੰਸਾਰ ਅਲੋਪ ਹੋ ਜਾਂਦਾ ਹੈ। ਓੰਕਾਰ, ਓੰਕਾਰ ਸ਼ਬਦ ਕਿਹਦਾ ਪ੍ਰਕਾਸ਼ਿਤ ਹੈ? ਖਾਲਸਾ ਜੀ, ਜਦੋਂ ਕਿਸੇ ਦੀ ਹੋਂਦ ਪੈਦਾ ਹੁੰਦੀ ਹੈ ਫਿਰ ਉਹਨੂੰ ਨਾਮ ਦਿੱਤਾ ਜਾਂਦਾ ਹੈ। ਸਾਡੇ ਘਰ ਵਿੱਚ ਕੋਈ ਬੱਚਾ ਪੈਦਾ ਹੁੰਦਾ ਹੈ, ਜਦੋਂ ਬੱਚਾ ਪੈਦਾ ਹੁੰਦਾ ਫਿਰ ਅਸੀਂ ਉਹਨੂੰ ਨਾਮ ਦਿੰਦੇ ਹਾਂ, ਪੈਦਾ ਹੋਣ ਤੋਂ ਪਹਿਲਾਂ ਉਹਨੂੰ ਨਾਮ ਨਹੀਂ ਦਿੱਤਾ ਜਾਂਦਾ। ਤੇ ਸਾਡੇ ਪਰਿਵਾਰ ਦੇ ਵਿੱਚ ਭਾਵੇਂ ਸਮਾਜ ਦੇ ਵਿੱਚ ਕਿੰਨੇ ਹੀ ਸੰਤੋਖ ਸਿੰਘ ਨਾਮ ਦੇ ਜੀਵ ਹੋਣਗੇ, ਪਰ ਖਾਲਸਾ ਜੀ
ਜਿਹੜਾ ਸਾਡੇ ਘਰ ਵਿੱਚ ਸੰਤੋਖ ਸਿੰਘ ਪੈਦਾ ਹੁੰਦਾ, ਜਿਹਨੂੰ ਅਸੀਂ ਨਾਮ ਸੰਤੋਖ ਸਿੰਘ ਦਿੱਤਾ ਹੈ, ਜਦੋਂ ਵੀ ਜ਼ਿਕਰ ਚੱਲਦਾ ਹੈ ਤਾਂ ਉਹਦਾ ਚੇਤਾ, ਉਹਦਾ ਸਰੂਪ ਸਾਡੇ ਹਿਰਦੇ ਵਿੱਚ, ਜਿਹਨ ਵਿੱਚ ਉਤਰ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਅਕਾਲ ਪੁਰਖ ਸਾਹਿਬ ਜੀ ਦੇ ਸੱਚਖੰਡ ਵਿੱਚ ਦਰਸ਼ਨ ਕੀਤੇ ਨਾ, ਤੇ ਉਸ ਅਕਾਲ ਪੁਰਖ ਦੇ ਵਿਰਾਟ ਰੂਪ ਨੂੰ ਜਿਸ ਵੇਲੇ ਗੁਰੂ ਨਾਨਕ ਸਾਹਿਬ ਨੇ ਦੇਖਿਆ ਤੇ ਉਸ ਵਿਰਾਟ ਰੂਪ ਦਾ ਮਹਾਰਾਜ ਸਾਹਿਬ ਜੀ ਨੇ ਚਿਤਰਨ ਕੀਤਾ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅਕਾਲ ਪੁਰਖ ਸਾਹਿਬ ਜੀ ਦੇ ਉਸ ਦਰਬਾਰ ਦੇ ਜਿਸ ਵੇਲੇ ਦਰਸ਼ਨ ਕੀਤੇ, ਉੱਥੇ ਚਿਤਰਨ ਕੀਤਾ। ਜੋ ਸਤਿਗੁਰੂ ਸਾਹਿਬ ਜੀ ਵੇਖ ਕਰਕੇ ਆਏ, ਉਹ ਇੱਥੇ ਆ ਕੇ ਮਹਾਰਾਜ ਨੇ ਸਾਨੂੰ ਦੱਸਿਆ, ਭਾਈ ਜਿਸ ਵੇਲੇ ਗੁਰੂ ਨਾਨਕ ਸਾਹਿਬ ਵੇਈਂ ਦੇ ਵਿੱਚੋਂ ਬਾਹਰ ਆਏ, ਸਤਿਕਾਰਯੋਗ ਬੇਬੇ ਨਾਨਕੀ ਜੀ, ਸਤਿਗੁਰੂ ਸਾਹਿਬ ਜੀ ਦੇ ਭੈਣ ਜੀ, ਉਹਨਾਂ ਦਾ ਜਿਹੜਾ ਭਰੋਸਾ ਸੀ ਉਹ ਅਡੋਲ ਸੀ। ਸਾਰਾ ਜਿਹੜਾ ਮਹਾਰਾਜ ਸਾਹਿਬ ਜੀ ਦਾ ਰਿਸ਼ਤੇਦਾਰ ਸਾਕ ਸੰਬੰਧੀ ਸਨ, ਹੋਰ ਵੀ ਇਲਾਕੇ ਦੇ ਲੋਕ ਸਨ, ਸਾਰੇ ਖਾਲਸਾ ਜੀ ਸੁਲਤਾਨਪੁਰ ਸਾਹਿਬ ਦੇ, ਸਾਰਿਆਂ ਦੇ ਮਨ ਵਿੱਚ ਇਹ ਵਿਸ਼ਾ ਹੋ ਗਿਆ ਸੀ ਕਿ ਗੁਰੂ ਨਾਨਕ ਸਾਹਿਬ ਹੁਣ ਸਾਨੂੰ ਛੱਡ ਗਏ ਹੈ। ਅਖੀਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਜੀਜਾ ਜੀ ਸਨ, ਭਾਈ ਆਜਾ ਰਾਮ ਜੀ, ਉਹਨਾਂ ਦੇ ਮਨ ਵਿੱਚ ਵੀ, ਹਾਲਾਂਕਿ ਉਹਨਾਂ ਨੂੰ ਬਹੁਤ ਭਰੋਸਾ ਸੀ, ਪਰ ਜਦੋਂ 2 ਦਿਨ ਬਤੀਤ ਹੋ ਗਏ, ਉਹਨਾਂ ਨੂੰ ਵੀ ਹੋ ਗਿਆ ਸੀ ਵੀ ਗੁਰੂ ਨਾਨਕ ਸਾਹਿਬ ਵੇਈਂ ਦੇ ਵਿੱਚ ਹੀ ਅਲੋਪ ਹੋ ਗਏ ਹੈ। ਜਦੋਂ ਸਾਰਿਆਂ ਨੇ ਹੀ ਆਪਣੇ ਆਸਰੇ ਇਸ ਵਿਸ਼ਵਾਸ ਉੱਤੇ ਲੈ ਹੁੰਦੇ ਸੀ, ਉਹਨਾਂ ਦੇ ਵਿੱਚੋਂ ਇੱਕੋ ਇੱਕ ਬੇਬੇ ਨਾਨਕੀ ਸੀ ਜਿਹਨੇ ਕਿਹਾ ਸੀ ਵੀ ਮੇਰਾ ਭਰਾ ਅਲੋਪ ਨਹੀਂ ਹੋ ਸਕਦਾ, ਉਹ ਪਾਣੀ ਦੇ ਵਿੱਚ ਸਮਾ ਨਹੀਂ ਸਕਦਾ, ਇਹ ਉਹਦੀ ਕਲਾ ਹੈ, ਉਹਦੀ ਖੇਡ ਹੈ। ਜਿਸ ਵੇਲੇ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ, ਸਾਰਿਆਂ ਦੇ ਅੰਦਰ ਖੁਸ਼ੀਆਂ ਵਰਤੀਆਂ, ਮਹਾਰਾਜ ਸਾਹਿਬ ਸਭ ਨੂੰ ਖੁਸ਼ੀਆਂ ਦੇ ਕਰਕੇ ਜਿਸ ਵੇਲੇ ਬੇਬੇ ਨਾਨਕੀ ਜੀ ਕੋਲ ਘਰੇ ਪਹੁੰਚੇ ਨਾ, ਉਸ ਵੇਲੇ ਬੇਬੇ ਨਾਨਕੀ ਜੀ ਨੇ ਕਿਹਾ, ਭਰਾਤਾ ਜੀ ਕਿੱਥੇ ਚਲੇ ਗਏ ਸੀ? ਤਾਂ ਬੇਬੇ ਨਾਨਕੀ ਜੀ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ, ਭੈਣ ਜੀ ਮੈਂ ਅਕਾਲ ਪੁਰਖ ਸਾਹਿਬ ਜੀ ਦੇ ਸੱਦੇ ਉੱਤੇ ਉਹਨਾਂ ਦੇ ਦਰਬਾਰ ਸੱਚਖੰਡ ਵਿੱਚ ਗਿਆ ਸੀ। ਤੇ ਬੇਬੇ ਨਾਨਕੀ ਜੀ ਨੇ ਪੁੱਛਣਾ ਕੀਤਾ, ਭਰਾਤਾ ਜੀ ਉਸ ਅਕਾਲ ਪੁਰਖ ਦੇ ਦਰਬਾਰ ਦੇ ਤੁਸੀਂ ਦਰਸ਼ਨ ਕਰਕੇ ਆਏ ਹੋ, ਮੈਨੂੰ ਵੀ ਦੱਸੋ ਅਕਾਲ ਪੁਰਖ ਕਿਸ ਤਰ੍ਹਾਂ ਦੇ ਸੀ, ਉਹ ਕਿੱਥੇ ਰਹਿੰਦੇ ਆ, ਉਹਨਾਂ ਦਾ ਘਰ ਕਿਹੋ ਜਿਹਾ, ਉੱਥੇ ਦਾ ਚਿਤਰਨ ਕਿਹੋ ਜਿਹਾ, ਕਿਵੇਂ ਦਰਸ਼ਨ ਹੋ ਸਕਦੇ ਆ? ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਸੋਦਰ ਦੀ ਬਾਣੀ ਉਚਾਰਨ ਕੀਤੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। 3 ਸੋਦਰ ਨੇ ਸਾਧ ਸੰਗਤ ਜੀ ਗੁਰਬਾਣੀ ਦੇ ਵਿੱਚ। ਇੱਕ ਸੋਦਰ ਆਪਾਂ ਜਪਜੀ ਸਾਹਿਬ ਵਿੱਚ ਪੜ੍ਹਦੇ ਆ, ਇੱਕ ਸੋਦਰ ਆਪਾਂ ਰਹਿਰਾਸ ਸਾਹਿਬ ਵਿੱਚ ਪੜ੍ਹਦੇ ਆ, ਇੱਕ ਸੋਦਰ ਖਾਲਸਾ ਜੀ ਰਾਗ ਦੇ ਵਿੱਚ ਵੀ ਆਉਂਦਾ ਹੈ। ਸੋ ਪਹਿਲਾ ਜਿਹੜਾ ਜਪਜੀ ਸਾਹਿਬ ਦਾ ਸੋਦਰ ਹੈ, ਇਹ ਸਿੱਧਾਂ ਦੇ ਨਾਲ ਉਚਾਰਨ ਹੋਇਆ, ਸਿੱਧਾਂ ਦੇ ਨਾਲ। ਸਿੱਧਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਅਕਾਲ ਪੁਰਖ ਸਾਹਿਬ ਦੇ ਘਰ ਬਾਰੇ ਪੁੱਛਿਆ ਸੀ, ਕਿੱਥੇ ਰਹਿੰਦਾ ਹੈ, ਕਿਹੜੇ ਅਕਾਲ ਪੁਰਖ ਨੂੰ ਤੁਸੀਂ ਪੂਜਦੇ ਹੋ, ਉਹਦਾ ਘਰ ਕਿੱਥੇ ਹੈ, ਕਿਵੇਂ ਦਾ ਉਹਦਾ ਰਹਿਣਾ ਹੈ। ਉੱਥੇ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਵਾਲਾ ਉਚਾਰਨ ਕੀਤਾ। ਦੂਜਾ ਸੋਦਰ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਨੇ ਅਕਾਲ ਪੁਰਖ ਸਾਹਿਬ ਜੀ ਦੇ ਸਾਹਮਣੇ ਉਚਾਰਨ ਕੀਤਾ ਸੀ, ਅਕਾਲ ਪੁਰਖ ਸਾਹਿਬ ਦੀ ਮਹਿਮਾ ਕੀਤੀ ਸੀ ਉੱਥੇ ਜਦੋਂ ਸੱਚਖੰਡ ਵਿੱਚ ਗਏ ਆ। ਤੀਜਾ ਸੋਦਰ ਬੇਬੇ ਨਾਨਕੀ ਜੀ ਦੇ ਕਹਿਣ ਤੇ ਉਚਾਰਨ ਕੀਤਾ ਸੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਉਸ ਤਰ੍ਹਾਂ ਅਕਾਲ ਪੁਰਖ ਸਾਹਿਬ ਜੀ ਦੇ ਸਾਹਮਣੇ ਮਹਾਰਾਜ ਸਾਹਿਬ ਜੀ ਨੇ ਸੋ ਦਰ ਕੇਗਾ ਸੋ ਘਰ ਕੇਗਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੀਤੇ ਵਾਵਣ ਹਾਰੇ। ਇਹ ਵਿਰਾਟ ਰੂਪ ਹੈ ਗੁਰੂ ਨਾਨਕ ਸਾਹਿਬ ਜੀ ਨੇ ਅਕਾਲ ਪੁਰਖ ਸਾਹਿਬ ਦਾ। ਜਿੱਥੋਂ ਆਪਾਂ ਸ਼ਬਦ ਦੀ ਆਰੰਭਤਾ ਕੀਤੀ ਹੈ, ਵਿਚਾਰ ਦੀ ਆਰੰਭਤਾ ਕੀਤੀ ਹੈ, ਓੰਕਾਰ, ਉਹ ਵਿਰਾਟ ਰੂਪ, ਜਿਹੜਾ ਵਿਰਾਟ ਰੂਪ ਗੁਰੂ ਨਾਨਕ ਸਾਹਿਬ ਜੀ ਨੇ ਸੋਦਰ ਸੱਚਖੰਡ ਦੇ ਵਿੱਚ ਅਕਾਲ ਪੁਰਖ ਦਾ ਦੇਖਿਆ ਨਾ, ਵੇਖਿਆ ਮਹਾਰਾਜ ਨੇ, ਮਹਾਰਾਜ ਸਾਹਿਬ ਜੀ ਨੇ ਕੀਤੇ ਬ੍ਰਹਮਾ, ਕੀਤੇ ਇੰਦਰ, ਕਿੰਨੇ ਹੀ ਇੰਦਰ ਬ੍ਰਹਮਾ ਉੱਥੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਕਰ ਰਿਹਾ। ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਦਰ ਰਾਲੇ, ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ, ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਸਾਰਾ ਕੁਝ ਲਿਖਣ ਤੋਂ ਬਾਅਦ ਕਹਿੰਦੇ, ਹੋਰ ਕੀਤੇ ਤੁਧਨੋ ਗਾਵਨ, ਸੇ ਮੈਂ ਚੇਤਨਾਵਨ, ਨਾਨਕ ਕਿਆ ਵਿਚਾਰੇ। ਕਹਿੰਦੇ ਇੰਨੇ ਕੁਛ ਮੈਂ ਵੇਖ ਕੇ ਆਇਆ। ਇਹ ਬੇਬੇ ਨਾਨਕੀ ਜੀ ਭੈਣ ਜੀ, ਅਜੇ ਤਾਂ ਮੈਨੂੰ ਚੇਤਾ ਹੀ ਨਹੀਂ ਆ ਰਹੇ ਹੋਰ ਕਿੰਨੇ ਕੁ ਸੀ, ਉਹ ਤਾਂ ਮੈਂ ਦੱਸ ਹੀ ਨਹੀਂ ਸਕਦਾ। ਇੰਨੇ ਵਿਰਾਟ ਰੂਪ ਦੇ ਵਿੱਚ ਪਰਮੇਸ਼ਰ ਨੂੰ ਉਚਾਰਨ ਕਰ ਰਹੇ ਸੀ। ਉਸ ਵਿਰਾਟ ਰੂਪ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਨਾਮ ਦਿੱਤਾ, ਉਹ ਨਾਮ ਹੈ ਇੱਕ ਓੰਕਾਰ।
ਆਖੋ ਸਤਨਾਮ। ਸ੍ਰੀ ਵਾਹਿਗੁਰੂ। ਉਹਦਾ ਨਾਮ ਹੈ ਓੰਕਾਰ। ਉਹਦੇ ਅੱਗੇ ਏਕਾ ਲਾ ਦਿੱਤਾ ਵੀ ਇੱਕੋ ਹੀ ਹੈ, ਇੱਕੋ ਹੀ ਹੈ ਓੰਕਾਰ। ਉਹਨੂੰ ਵੱਖਰਾ ਨਹੀਂ ਸਮਝਣਾ। ਤੇ ਵਿਦਵਾਨਾਂ ਨੇ ਖਾਲਸਾ ਜੀ ਉਸ ਓੰਕਾਰ ਦੇ ਅਨੇਕਾਂ ਹੀ ਅਰਥ ਕੀਤੇ ਆ। ਓੰਕਾਰ ਸਜਾਤੀ ਵਿਜਾਤੀ ਸਬਗਤ ਤਿੰਨਾਂ ਤੋਂ ਬਾਹਰ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਆਪਾਂ ਸਮਾਜ ਦੀ ਉਦਾਹਰਨ ਲਈਏ ਨਾ, ਸਮਾਜ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ, ਇਹ ਸਰਕਾਰਾਂ ਬਣਦੀਆਂ ਕਾਨੂੰਨ ਦੇ ਦਾਇਰੇ ਵਿੱਚ। ਕਾਨੂੰਨ ਹੁੰਦਾ ਦੇਸ਼ ਦਾ, ਦੇਸ਼ ਦਾ ਇੱਕ ਕਾਨੂੰਨ ਬਣਿਆ, ਉਹ ਕਾਨੂੰਨ ਦੇ ਆਧਾਰ ਤੇ ਸਰਕਾਰ ਬਣ ਜਾਂਦੀ ਹੈ। ਪਰ ਸਰਕਾਰ ਕੋਲ ਅਧਿਕਾਰ ਹੁੰਦਾ, ਉਹ ਕਾਨੂੰਨ ਖਤਮ ਕਰਕੇ ਨਵਾਂ ਕਾਨੂੰਨ ਵੀ ਬਣਾ ਸਕਦੀ ਹੈ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਵਿਧਾਨ ਸਭਾ ਦਾ ਸੈਸ਼ਨ ਜੁੜਦਾ, ਉੱਥੇ ਨਵਾਂ ਕਾਨੂੰਨ ਬਣ ਜਾਂਦਾ। ਨਵੇਂ ਕਿੰਨੇ ਕਾਨੂੰਨ ਬਣਦੇ ਆ, ਕਿੰਨੇ ਖਤਮ ਹੁੰਦੇ ਆ। ਇਸੇ ਤਰ੍ਹਾਂ ਜਿਹੜੀ ਸਾਰੀ ਦੁਨੀਆ ਦੀ ਸਰਕਾਰ ਹੈ, ਜੋ ਸਾਰੀ ਦੁਨੀਆ ਦੇ ਸਾਰੀ ਸ੍ਰਿਸ਼ਟੀ ਦਾ, ਤਿੰਨਾਂ ਦੋ ਜਹਾਨਾਂ ਦਾ ਵਾਲੀ ਹੈ ਨਾ ਜੋ ਖਾਲਸਾ ਜੀ ਅਕਾਲ ਪੁਰਖ, ਉਹਦਾ ਵੀ ਇੱਕ ਕਾਨੂੰਨ ਹੈ। ਉਹਦੇ ਕਾਨੂੰਨ ਦੇ ਵਿੱਚ ਇਹ ਸਾਰਾ ਸੰਸਾਰ ਚੱਲ ਰਿਹਾ। ਜੀਵ ਚਰਾਚਰ ਜਿੰਨੇ ਵੀ ਜੀਵ ਨੇ ਸਾਰੇ ਚੱਲ ਰਹੇ ਨੇ, ਪਰ ਚੱਲ ਉਹਦੇ ਹੁਕਮ ਵਿੱਚ ਰਹੇ ਨੇ। ਉਹ ਜਦੋਂ ਚਾਹੁੰਦਾ ਆਪਣਾ ਹੁਕਮ ਬਦਲ ਲੈਂਦਾ, ਉਹਦੇ ਉੱਤੇ ਕੋਈ ਕਾਇਦਾ ਨਹੀਂ। ਜਿਸ ਤਰ੍ਹਾਂ ਆਪਾਂ ਕਹਿੰਦੇ ਆ ਵੀ ਸਰਕਾਰ ਨੇ ਕਾਨੂੰਨ ਤੋੜ ਦਿੱਤਾ, ਸਰਕਾਰ ਉੱਥੇ ਜਵਾਬ ਦੇ ਦਿੰਦੀ ਹੈ ਜੀ ਅਸੀਂ ਕਾਨੂੰਨ ਤੋੜਿਆ ਨਹੀਂ, ਅਸੀਂ ਇਸ ਕਾਨੂੰਨ ਨੂੰ ਨਵਾਂ ਬਣਾਇਆ, ਇਹਦੇ ਵਿੱਚ ਸ਼ੋਧ ਕੀਤੀ ਹੈ। ਤਾਂ ਉਹਦਾ ਕੋਈ ਮਿਆਰ ਥੋੜਾ ਰੱਖਿਆ ਹੋਇਆ ਵੀ ਕਦੋਂ ਸ਼ੋਧ ਕਰਨੀ ਹੈ ਜਾਂ ਕਦੋਂ ਕਾਨੂੰਨ ਬਦਲਣਾ। ਸਰਕਾਰ ਦਾ ਅਧਿਕਾਰ ਹੈ, ਬਦਲ ਦਿੰਦੀ ਹੈ। ਇਸੇ ਤਰ੍ਹਾਂ ਅਕਾਲ ਪੁਰਖ ਦਾ ਵੀ ਅਧਿਕਾਰ ਹੈ ਆਪਣੀ ਕੁਦਰਤ ਦੇ ਉੱਤੇ। ਉਹ ਕੁਦਰਤ ਦੇ ਵਿੱਚ ਜਦੋਂ ਮਰਜ਼ੀ ਕਾਨੂੰਨ ਬਦਲ ਦਿੰਦੇ ਹੈ। ਉਹ ਜਿਹੜਾ ਕੁਦਰਤ ਦੇ ਵਿੱਚ ਕਾਨੂੰਨ ਲਾਗੂ ਕਰਨ ਵਾਲਾ, ਕਾਨੂੰਨ ਪੈਦਾ ਕਰਨ ਵਾਲਾ, ਕਾਨੂੰਨ ਦੇ ਰਾਹੀਂ ਚੱਲਣ ਵਾਲਾ, ਜਦੋਂ ਮਰਜ਼ੀ ਕਾਨੂੰਨ ਬਦਲ ਦਿੰਦਾ। ਤੇ ਉਹ ਕਾਨੂੰਨ ਬਦਲਦਾ 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 ਇਸ ਹੱਦ ਤੱਕ ਕਾਨੂੰਨ ਬਦਲ ਗਿਆ ਕਿ ਹਰਨਾਕਸ਼ ਨੇ ਕਹਿ ਦਿੱਤਾ, ਨਾ ਮੈਂ ਅੰਦਰ ਮਰਾਂ, ਨਾ ਬਾਹਰ ਬਰਾਂ, ਨਾ ਸ਼ਸਤਰ ਨਾਲ ਮਲਾਂ, ਨਾ ਮੈਨੂੰ ਕੋਈ ਬੰਦਾ ਮਾਰ ਸਕੇ, ਨਾ ਜਾਨਵਰ ਮਾਰ ਸਕੇ, ਨਾ ਮੇਰਾ ਕੋਈ ਦੁਸ਼ਮਣ ਹੋਵੇ, ਨਾ ਮੈਂ ਦਿਨੇ ਮਰਾਂ ਨਾ ਰਾਤ ਮਰਾਂ। ਉਹ ਸਾਰੇ ਕਾਨੂੰਨਾਂ ਵਿੱਚ ਹਰਨਾਕਸ਼ ਬਹੁਤ ਸਿਆਣਾ ਸੀ, ਬਹੁਤ ਜ਼ਿਆਦਾ ਚਤੁਰ ਸੀ। ਉਹਨੇ ਸਾਰੇ ਕਾਨੂੰਨਾਂ ਦੇ ਆਧਾਰ ਤੇ, ਜਿਸ ਤਰ੍ਹਾਂ ਕਹਿੰਦੇ ਨਾ ਵਕੀਲ ਜਿਹੜੇ ਆ ਉਹ ਕਾਨੂੰਨ ਦੇ ਆਧਾਰ ਤੇ ਲੜਦੇ ਆ, ਉਹਨੇ ਸਾਰੇ ਕਾਨੂੰਨਾਂ ਦੇ ਆਧਾਰ ਤੇ ਪਰਮੇਸ਼ਰ ਨੂੰ ਬੰਨ ਲਿਆ ਸੀ ਵੀ ਹੁਣ ਮੇਰੇ ਤੋਂ ਅੱਗੇ ਕੋਈ ਨਹੀਂ, ਹੁਣ ਮੈਂ ਹੀ ਪਰਮੇਸ਼ਰ ਆ, ਮੈਨੂੰ ਕੋਈ ਮਾਰ ਹੀ ਨਹੀਂ ਸਕੇਗਾ। ਪਰਮੇਸ਼ਰ ਨੇ ਕਾਨੂੰਨ ਬਦਲਣ ਲੱਗਿਆ, ਅੱਧਾ ਬੰਦਾ ਬਣ ਗਿਆ, ਅੱਧਾ ਜਾਨਵਰ ਬਣ ਗਿਆ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਬਦਲ ਦਿੱਤਾ ਕਾਨੂੰਨ, ਆਪਣੀ ਮਰਜ਼ੀ ਨਾਲ ਬਦਲ ਦਿੱਤਾ। ਦੱਸੋ ਕਿੱਥੇ? ਜਦੋਂ ਉਹਨਾਂ ਨੇ ਪੁੱਛਿਆ ਵੀ ਕੋਈ ਮਾਰ ਹੀ ਨਹੀਂ ਸਕਦਾ, ਸ਼ਸਤਰ ਨਾਲ ਮਾਰਨਾ ਹੀ ਨਹੀਂ, ਉਹਨੇ ਨੋਹਾਂ ਨਾਲ ਮਾਰ ਦਿੱਤਾ। ਬੰਦਾ ਨਹੀਂ ਮਾਰ ਸਕਦਾ, ਉਹ ਕਹਿੰਦੇ ਬੰਦੇ ਨੇ ਮਾਰਿਆ ਹੀ ਨਹੀਂ, ਇਹ ਤੇ ਨਰ ਤੇ ਸਿੰਘ ਹੈ। ਇਹ ਹੈ ਓੰਕਾਰ। ਓੰਕਾਰ ਨੂੰ ਜਿੰਨਾ ਮਰਜ਼ੀ ਵਿਚਾਰ ਕਰ ਲਈਏ, ਜਿੰਨਾ ਮਰਜ਼ੀ ਇਹਦਾ ਵਿਸਥਾਰ ਕਰ ਲਈਏ ਖਾਲਸਾ ਜੀ, ਇਹ ਹੈ ਓੰਕਾਰ। ਉਹ ਜੋ ਓੰਕਾਰ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਸਾਰੀ ਸ੍ਰਿਸ਼ਟੀ ਨੂੰ ਪਾਲਣ ਕਰਨ ਵਾਲਾ ਤੇ ਸਾਰੀ ਸ੍ਰਿਸ਼ਟੀ ਦੀ ਲਹਿਤਾ ਕਰਨ ਵਾਲਾ ਹੈ। ਸਤਿਗੁਰੂ ਸਾਹਿਬ ਜੀ ਨੇ ਵਾਰ-ਵਾਰ ਮੰਗਲਾਚਰਨ ਵਿੱਚ ਉਹਦੇ ਅੱਗੇ ਇੱਕ ਲਿਖਿਆ ਵੀ ਉਹ ਇੱਕੋ ਹੀ ਆ, ਦੂਜਾ ਕੋਈ ਨਹੀਂ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ ਜਿਹੜਾ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਸਮਾਪਤ ਕਰਨ ਵਾਲਾ ਤੇ ਪਾਲਣ ਵਾਲਾ ਹੈ। ਉਹਦਾ ਮੰਗਲਾਚਰਨ ਕਰਕੇ, ਉਹਦੇ ਚਰਨਾਂ ਵਿੱਚ ਬੰਦਨਾ ਕਰਕੇ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਦਿਆਂ ਹੋਇਆਂ ਸਤਿਗੁਰੂ ਸਾਹਿਬ ਜੀ ਕਹਿੰਦੇ ਸਤਿਗੁਰ ਪ੍ਰਸਾਦ। ਅੱਗੇ ਨਾਲ ਸੰਕੇਤ ਦੇ ਦਿੱਤਾ, ਜਿਹੜਾ ਉਹ ਇੱਕ ਹੈ ਨਾ, ਉਹਦੇ ਭੇਦ ਨੂੰ ਪਾਉਣ ਲਈ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਚਾਹੀਦੀ ਆ। ਵਿਦਵਾਨਾਂ ਨੇ ਸਤਿਗੁਰੂ ਦੇ ਵੀ ਖਾਲਸਾ ਜੀ ਕਈ ਕਈ ਪ੍ਰਕਾਰ ਦੇ ਵਿਚਾਰ ਦੱਸੇ ਆ, ਸਾਰੇ ਹੀ ਵਿਚਾਰ ਗੁਰਮਤਿ ਅਨੁਸਾਰ ਨੇ। ਇੱਕ ਸਤਿਗੁਰੂ ਹੈ ਜੋ ਸੱਚ ਦੇ ਰਾਹ ਤੇ ਭੇਜਣ ਵਾਲਾ ਗੁਰੂ ਹੈ। ਸਤ ਸੱਚ ਹੈ, ਗੁਰੂ ਜੋ ਸਾਨੂੰ ਗਿਆਨ ਬਖਸ਼ਦਾ ਹੈ। ਗੋ ਨਾਮ ਹਨੇਰੇ ਦਾ, ਰੂ ਨਾਮ ਪ੍ਰਕਾਸ਼ ਦਾ। ਕਿਸੇ ਵੀ ਹਨੇਰੇ ਤੋਂ ਪ੍ਰਕਾਸ਼ ਵੱਲ ਲਿਜਾਣ ਵਾਲਾ ਗੁਰੂ ਹੁੰਦਾ ਹੈ। ਆਖੋ ਸਤਨਾਮ। ਇਹ ਵੀ ਅਰਥ ਹੈ, ਇਹ ਵੀ ਬੇਨਤੀ ਨਾਲ ਧਿਆਨ ਵਿੱਚ ਰੱਖਣੀ, ਇਹ ਵੀ ਅਰਥ ਹੈ ਗੁਰੂ ਦਾ। ਗੁਰੂ ਦੇ ਹੋਰ ਬਹੁਤ ਅਰਥ ਨੇ, ਇਹ ਵੀ ਇੱਕ ਅਰਥ ਹੈ ਕਿ ਹਨੇਰੇ ਤੋਂ ਗਿਆਨ ਵਿੱਚ ਲੈਣ ਵਾਲਾ, ਹਨੇਰੇ ਤੋਂ ਪ੍ਰਕਾਸ਼ ਵਿੱਚ ਲਿਜਾਣ ਵਾਲਾ। ਮੰਨ ਕੇ ਚੱਲੋ ਕਿ ਜਿਹੜਾ ਬੱਚਾ ਸਕੂਲ ਵਿੱਚ ਪੜ੍ਹਦਾ ਹੈ, ਉਹਨੂੰ 1 ਜਮਾ 1 2 ਪਤਾ ਨਹੀਂ, ਇਹ ਉਹਦੇ ਲਈ ਹਨੇਰਾ ਹੈ, ਗਿਆਨ ਹੀ ਨਹੀਂ ਹੈ ਉਹਨੂੰ 1 ਜਮਾ 1 ਕਿੰਨਾ ਹੁੰਦਾ ਹੈ।
10 ਜਮਾ 10 ਕਿੰਨੇ ਹੁੰਦੇ ਆ, 100 ਜਮਾ 100 ਕਿੰਨੇ ਹੁੰਦੇ ਆ, 1000 ਜਮਾ 1000 ਕਿੰਨੇ ਹੁੰਦੇ ਆ, ਇਹ ਗੱਲ ਦਾ ਗਿਆਨ ਨਹੀਂ। ਪਰ ਇਹ ਗਿਆਨ ਦੇਣ ਵਾਲਾ ਉਹਨੂੰ ਜਿਹੜਾ ਉਹਦਾ ਟੀਚਰ ਹੈ, ਮਾਸਟਰ ਹੈ, ਅਧਿਆਪਕ ਹੈ, ਉਹ ਉਹਨੂੰ ਇਸ ਗਿਆਨ ਦਿੱਤਾ ਹੈ, ਇਸ ਹਨੇਰੇ ਚੋਂ ਬਾਹਰ ਕੱਢਿਆ ਹੈ। 1 ਜਮਾ 1 2 ਹੁੰਦੇ ਆ, 100 ਜਮਾ 100 200 ਹੁੰਦੇ ਆ, 1000 ਜਮਾ 1000 2000 ਹੁੰਦੇ ਆ। ਇਹ ਗਿਆਨ ਦੇਣ ਵਾਲਾ ਉਹਦਾ ਗੁਰੂ ਹੈ। ਇਸੇ ਤਰ੍ਹਾਂ ਜਿਹੜਾ ਸੰਸਾਰ ਦਾ ਗਿਆਨ ਹੈ ਇਹ ਸੱਤ ਨਹੀਂ ਹੈ। ਆਖੋ ਸਤਨਾਮ ਸ੍ਰੀ। ਸ੍ਰੀ ਵਾਹਿਗੁਰੂ। ਇਹ ਸੰਸਾਰ ਦਾ ਜੋ ਗਿਆਨ ਹੈ ਸਾਧ ਸੰਗਤ ਜੀ, ਇਹ ਸੱਤ ਨਹੀਂ ਹੈ। ਗੁਰੂ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਦ੍ਰਿਸ਼ਟ ਨਾ ਮਾਨ ਹੈ ਸਗਲ ਮਿਥੈਨਾ। ਜਿੰਨਾ ਕੁਝ ਅਸੀਂ ਅੱਖਾਂ ਨਾਲ ਵੇਖ ਰਹੇ ਹਾਂ ਇਹ ਸਭ ਮਿਥਿਆ ਹੈ। ਮਿਥਿਆ ਕਹਿੰਦੇ ਝੂਠ ਨੂੰ। ਜਿਹੜੀ ਝੂਠ ਹੋਵੇ ਉਹ ਸੱਚ ਕਿੱਦਾਂ ਹੋ ਸਕਦੀ ਹੈ? ਤੇ ਜਿੰਨਾ ਕਿਤਾਬਾਂ ਦੇ ਵਿੱਚ, ਗ੍ਰੰਥਾਂ ਦੇ ਵਿੱਚ ਗਿਆਨ ਲਿਖਿਆ ਹੋਇਆ ਉਹ ਸਾਡਾ ਅੱਖਾਂ ਨਾਲ ਹੀ ਸੰਬੰਧਿਤ ਹੈ, ਸਰੀਰ ਨਾਲ ਹੀ ਸੰਬੰਧਿਤ ਹੈ, ਸੰਸਾਰ ਨਾਲ ਹੀ ਸੰਬੰਧਿਤ ਹੈ। ਇਸ ਤੋਂ ਬਾਹਰ ਤਾਂ ਕੁਝ ਵੀ ਨਹੀਂ ਨਾ। ਸਾਡੇ ਪਰਿਵਾਰ ਬਾਰੇ ਦੱਸਿਆ, ਸਾਡੇ ਧੰਦਿਆਂ ਬਾਰੇ ਦੱਸਿਆ ਵੀ ਜਿੰਨੇ ਧੰਦੇ ਕਰ ਰਹੇ ਹੋ, ਜਿੰਨਾ ਕੁਟੁੰਬ ਪਾਲ ਰਹੇ ਹੋ, ਇਹ ਸਭ ਕੁਝ ਝੂਠ ਹੈ। ਇਹਦੇ ਪਿੱਛੇ ਸਮਾਂ ਵਿਅਰਥ ਕਿਉਂ ਕਰ ਰਹੇ ਹੋ? ਇਸ ਕਰਕੇ ਜਿੰਨਾ ਵੀ ਸੰਸਾਰ ਹੈ, ਇਹਦਾ ਜਿੰਨਾ ਵੀ ਗਿਆਨ ਹੈ, ਇਹ ਸਭ ਝੂਠ ਹੈ। ਇਸ ਕਰਕੇ ਇਹ ਸੱਤ ਨਹੀਂ। ਇਸੇ ਕਰਕੇ ਜਿਹੜਾ ਪਰਮੇਸ਼ਰ ਹੈ ਉਹਨੂੰ ਸੱਤ ਕਹਿੰਦੇ ਆ, ਸੱਚ ਕਹਿੰਦੇ ਆ। ਇਸ ਕਰਕੇ ਉਸ ਪਰਮੇਸ਼ਰ ਦਾ ਗਿਆਨ ਦੇਣ ਵਾਲਾ ਸਤਿਗੁਰੂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਕੀ ਦੁਨੀਆ ਦਾ ਗਿਆਨ ਦੇਣ ਵਾਲੇ ਆ ਉਹ ਕੱਲੇ ਗੁਰੂ ਨੇ। ਜਿਹੜਾ ਸੱਚ ਦਾ ਗਿਆਨ ਦੇਣ ਵਾਲਾ ਉਹ ਹੈ ਸਤਿਗੁਰੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਜੋ ਓੰਕਾਰ ਇੱਕ ਹੈ ਉਹ ਸੱਚ ਹੈ। ਉਹ ਸਜਾਤੀ ਵਿਜਾਤੀ ਸਬਗਤ ਤਿੰਨਾਂ ਤੋਂ ਬਾਹਰ ਹੈ। ਸੰਸਾਰ ਦੇ ਕਾਇਦੇ ਕਾਨੂੰਨ ਤੋਂ ਬਾਹਰ ਹੈ। ਪਹਿਲਾਂ ਵੀ ਸੀ, ਹੁਣ ਵੀ ਹੈ, ਬਾਅਦ ਵਿੱਚ ਵੀ ਹੋਏਗਾ। ਇਹਦਾ ਗਿਆਨ ਕੌਣ ਦਿੰਦਾ? ਸਤਿਗੁਰੂ। ਸਤਿਗੁਰੂ ਦੀ ਕਿਰਪਾ ਨਾਲ ਇਹਦਾ ਗਿਆਨ ਮਿਲਦਾ ਹੈ। ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਇਹਦਾ ਗਿਆਨ ਮਿਲਦਾ ਹੈ। ਤੇ ਉਹ ਗਿਆਨ ਹੁਣ ਆਰੰਭ ਹੋਣ ਲੱਗਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਗਿਆਨ ਹੁਣ ਆਰੰਭ ਹੋਣ ਲੱਗਾ ਹੈ। ਗੁਰੂ ਦੀ ਕਿਰਪਾ ਨਾਲ ਮਿਲਿਆ ਹੋਇਆ ਗਿਆਨ, ਜੋ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਰਾਹੀਂ ਸਾਨੂੰ ਗਿਆਨ ਮਿਲਦਾ ਹੈ, ਉਹ ਸਤਿਗੁਰੂ ਸਾਹਿਬ ਜੀ ਅੱਗੇ ਆਰੰਭ ਕਰਦੇ ਹਨ। ਸਨਕ ਸਨੰਦ ਮਹੇਸ਼ ਸਮਾਨਾ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ, ਸਤਿਗੁਰੂ ਸਾਹਿਬ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਪਰਮੇਸ਼ਰ ਦੇ ਸਰੂਪ ਦਾ ਕਥਨ ਕਰੋ। ਪਰਮੇਸ਼ਰ ਦਾ ਸਰੂਪ ਦੱਸੋ ਵੀ ਪਰਮੇਸ਼ਰ ਕਿਸ ਤਰ੍ਹਾਂ ਦਾ। ਕੋਈ ਇੱਕ ਵਿਆਖਿਆ, ਕੋਈ ਇੱਕ ਪਰਿਭਾਸ਼ਾ ਦੇ ਦਿਓ ਜਿੱਥੋਂ ਆਪਾਂ ਕਹਿ ਸਕੀਏ ਪਰਮੇਸ਼ਰ ਇਸ ਤਰ੍ਹਾਂ ਦਾ ਹੈ। ਤੇ ਮਹਾਰਾਜ ਸਾਹਿਬ ਜੀ ਨੇ ਭਗਤ ਕਬੀਰ ਜੀ ਦੇ ਰਾਹੀਂ ਇਸ ਬਾਣੀ ਨੂੰ ਉਚਾਰਨ ਕਰਕੇ ਸਿੱਖਾਂ ਨੂੰ ਦੱਸਿਆ। ਮਹਾਰਾਜ ਕਹਿੰਦੇ ਸਨਕ ਸਨੰਦ ਮਹੇਸ਼ ਸਮਾਨਾ। ਬ੍ਰਹਮਾ ਦੇ 4 ਪੁੱਤਰ ਨੇ, ਸਨਕ, ਸਨੰਦਨ, ਸਨਤ ਤੇ ਸਨਤ ਕੁਮਾਰ। ਇਹ ਚਾਰੇ ਪੁੱਤਰ ਬ੍ਰਹਮਾ ਨੇ ਇਸ ਕਰਕੇ ਪੈਦਾ ਕੀਤੇ ਸੀ ਕਿ ਮੈਂ ਭਗਤੀ ਕਰ ਲਵਾਂ, ਭਜਨ ਕਰ ਲਵਾਂ। ਤੇ ਜਦੋਂ ਬ੍ਰਹਮਾ ਨੇ ਇਹ ਚਾਰੇ ਪੁੱਤਰ ਪੈਦਾ ਕੀਤੇ ਤੇ ਆਪਣੇ ਪੁੱਤਰਾਂ ਨੂੰ ਪੈਦਾ ਕਰਕੇ ਬ੍ਰਹਮਾ ਜੀ ਕਹਿਣ ਲੱਗੇ ਲਓ ਜੀ ਹੁਣ ਤੁਸੀਂ ਸੰਸਾਰ ਦੀ ਡਿਊਟੀ ਸੰਭਾਲੋ, ਸੰਸਾਰ ਨੂੰ ਬਣਾਓ, ਸੰਸਾਰ ਨੂੰ ਪੈਦਾ ਕਰੋ, ਮੈਂ ਭਗਤੀ ਕਰਨੀ ਆ। ਉਹ ਕਹਿਣ ਲੱਗੇ ਪਿਤਾ ਜੀ ਸਾਨੂੰ ਥੋੜਾ ਜਿਹਾ ਸਮਾਂ ਦਿਓ, ਅਸੀਂ ਵਿਚਾਰ ਤੇ ਕਰ ਲਈਏ, ਅਸੀਂ ਸਲਾਹ ਤੇ ਕਰ ਲਈਏ ਕਿਹੜੀ ਡਿਊਟੀ ਕਿਹਨੂੰ ਦੇਣੀ ਹੈ। ਜਦੋਂ ਡਿਊਟੀ ਦੀ ਵਿਚਾਰ ਕਰਨ ਲੱਗੇ ਚਾਰੇ ਬੈਠ ਕਰਕੇ, ਉਹਨਾਂ ਨੇ ਵਿਚਾਰ ਕੀਤੀ ਇਹ ਤੇ ਧੰਦਾ ਹੀ ਹੈ, ਪ੍ਰਾਪਤੀ ਤਾਂ ਕੁਝ ਵੀ ਨਹੀਂ। ਕੀ ਪ੍ਰਾਪਤੀ ਹੈ ਇਹਦੇ ਵਿੱਚ? ਪੈਦਾ ਕਰਨ ਵਿੱਚ ਕੀ ਪ੍ਰਾਪਤੀ ਹੈ? ਲੱਗੇ ਆ ਘੜਨ ਲੱਗੇ ਆ, ਲੱਗੀ ਘੜੇ ਘੜੀ ਜਾਂਦੇ ਆ ਤੇ ਪਰਮੇਸ਼ਰ ਦੀ ਪ੍ਰਾਪਤੀ ਤਾਂ ਨਹੀਂ ਹੋ ਰਹੀ, ਬਸ ਘੜਨ ਲੱਗੇ ਆ। ਉਹਨਾਂ ਸੋਚਿਆ ਵੀ ਇਸ ਧੰਦੇ ਨੂੰ ਕਰਦਿਆਂ ਕਰਦਿਆਂ ਤਾਂ ਸਾਡਾ ਪਿਤਾ ਦੁਖੀ ਹੋ ਕੇ ਸਾਨੂੰ ਪੈਦਾ ਕਰ ਦਿੱਤਾ ਵੀ ਮੈਂ ਤਪ ਕਰਨ ਤੁਰ ਜਾ, ਵੀ ਇਹ ਡਿਊਟੀ ਕਿਸੇ ਨੂੰ ਅੱਗੇ ਦੇ ਦਿਆਂ, ਪਿਤਾ ਦੀ ਕਾਰ ਪੁੱਤਰ ਸੰਭਾਲਦੇ ਆ। ਤਾਂ ਉਹਨਾਂ ਇਹ ਵਿਚਾਰ ਕੀਤੀ ਵੀ ਇੰਨੇ ਚਿਰ ਤੋਂ ਸਾਡਾ ਪਿਤਾ ਪਤਾ ਨਹੀਂ ਕਿੰਨੇ ਕੁ ਸ੍ਰਿਸ਼ਟੀ ਦੇ ਰਚਨ, ਕਿੰਨੀ ਵਾਰੀ ਸ੍ਰਿਸ਼ਟੀ ਖਤਮ ਹੋਈ, ਕਿੰਨੀ ਵਾਰੀ ਬਣੀ, ਕਿੰਨੀ ਵਾਰੀ ਏਕ शिव ਭਏ ਏਕ ਗਏ ਏਕ ਫੇਰ ਭਏ, ਰਾਮਚੰਦਰ ਕ੍ਰਿਸ਼ਨ ਕੇ ਅਵਤਾਰ भी ਅਨੇਕ ਹੈ। ਪਤਾ ਨਹੀਂ ਕਿੰਨੇ ਕੁ ਅਵਤਾਰ ਆਏ, ਕਿੰਨੇ ਕੁ ਗਏ, ਸਾਰੀ ਸ੍ਰਿਸ਼ਟੀ। ਇਹ ਡਿਊਟੀ ਤਾਂ ਕਦੋਂ ਦਾ ਸਾਡਾ ਪਿਤਾ ਕਰਦਾ ਹੁੰਦਾ। ਅਜੇ ਤੱਕ ਇਹਨੂੰ ਸ਼ਾਂਤੀ ਨਹੀਂ ਹੋਈ। ਇਹਨੇ ਸਾਨੂੰ ਪੈਦਾ ਕਰਕੇ ਕਹਿ ਦਿੱਤਾ ਵੀ ਮੈਂ ਤਪ ਕਰਨਾ ਹੈ, ਵੀ ਅਸੀਂ ਇਹ ਕਰਕੇ ਕੀ ਕਰਾਂਗੇ, ਅਸੀਂ ਵੀ ਖੁਆਰ ਹੀ ਹੋਵਾਂਗੇ।
तो उन्होंने फिर कह दिता, पिता जी तुसी जिहड़ी ड्यूटी वास्ते सानू पैदा किया, असी वो ड्यूटी नहीं करनी, असी तो उस परमेश्वर नू प्राप्त करना है। आखो सतनाम श्री श्री वाहिगुरू। जिस वास्ते असी पैदा हुए हैं, जो साडे जीवन का मनोरथ है, भई प्राप्त मानुख दे हुरिया गोबिंद मिलन की है तेरी। गोबिंद मिलन की वारी है, शरीर मिलिया गोबिंद नू मिलन वास्ते, परमेश्वर नू मिलन ते परमेश्वर मिलन वास्ते शरीर मिलिया सी ते लागे संसार नू बढ़ाउण। तो उस करके सतगुरु साहब जी नू जदों पुछया गया, महाराज उस परमेश्वर दा की स्वरूप है? महाराज कहंदे सनक सनंद महेश समाना। महेश कहंदे शिव जी नू। हुण शिव जी वर्गे किन्ने ही देवते आए, किन्ने किन्ने हजारां हजारां वरियां दे उन्होंने चौंकड़े लाए, तप कीते, ते तप करन तो मगरों भी खालसा जी परमेश्वर की प्राप्ति नहीं हो सकी। प्राप्ति करनी, इस देही को सिमरै देव सो देही भज हर की सेव। इस देही नू सिमरन वास्ते मातलोक विच आउणा सब तो सुखाला रस्ता है। हुण ये इत्थे कई विचार आ जांदे आ जी, मातलोक दे विच की गल देवते परमेश्वर नू प्राप्त नहीं करदे? देवतियां दे जीवन दे जिन्ने खालसा जी सुख ने ना, जिन्नियां उन्हां नू सुख सुविधावां, जिन्नियां उन्हां नू सहूलतां मिलियां होईयां ने, उन्ने ही उन्हां उत्ते कर्म प्रभावित ने। जिन्नियां सुविधावां ने उन्ने उन्हां उत्ते कर्म प्रभावित ने। जे आपां 100 साल की उम्र भोगदे हां ते साडा 100 साल विच नबेड़ा। देवते अमर ने, मरन वाले नहीं। ते जे वो कोई गलती करदे आ, किसी देवते ने एक हंकार कर लिया, उस हंकार दा कई जन्मां विच उहनूं नबेड़ा देना पैंदा। असीं 100 साल च आए, असीं 100 साल विच नबेड़ लैंदे आ, उन्हां नूं कई जन्मां विच नबेड़ना पैंदा, क्योंकि उन्हां नूं ज्ञान आ, उन्हां ने फिर भी गलती कीती आ। एक बार दी कथा हुंदी है, कहंदे जिहड़ा ब्रह्मा सी ना, उहनूं किसी ऋषि ने, विद्वानां ने मांडव रिखी लिखिया, उहनूं किसी ऋषि ने कह दिता भी तूं आ की करी जाना, सारा दिन बंदे बनाई जाना, खत्म करी जाना, बनाई जाना, कोई भजन भी कर लिया कर। तो उन्हें कह दिता भी मैं सारी सृष्टि बनाई है, हंकार कर लिया। तो रिखी कहन लगा हंकार कादा करदा, परमेश्वर दे घर दी कार करदा, तेनू ड्यूटी लाया, भजन भी कर लिया कर, ड्यूटी विचों समा कढ के, भजन भी जरूरी है, हंकार किस गल दा तेनू? उन्हें कहा नहीं, मेरे तो वड्डा सृष्टि पैदा ही नहीं कोई कर सकता मेरे तो बिना। जदों हंकार आया, उस ऋषि ने कह दिता तू इन्ना हंकार करदा, आज जिन्नी बनस्पति है ना, जिहड़े जंगल विच मैं बैठा, ये सारे जंगल विच जिन्नी बनस्पति, जिन्ने रुख लगे इन्हां ते जिन्ने फल लगे है ना, ये सारे फल बंदे बन जाणगे। आखो सतनाम श्री वाहिगुरू। उदों खालसा जी सारे जंगल दे विच बनस्पति दे विच जिवें बच्चे पैदा हो जांदे, उवें सारे रुखां नूं फल लग गया, वो फलां विच जान पै गई। जदों फलां विच जान पै गई, रौला पैन लग गया, परमेश्वर ने फिर अकाल पुरख ने उस ऋषि नूं कहा, ऋषि ये तू चंगा नहीं कीता, ये ड्यूटी तेरी तां है ही नहीं, तू क्यों कीती ये ड्यूटी? वो कहन लगा जी आ हंकार करदा सी ब्रह्मा, मैं इनू हंकार तोड़न वास्ते वचन कर दिता। इन्हें क्या मेरे तो बिना कोई सृष्टि पैदा ही नहीं करता, इनू ऐ नहीं पता भी भजन करने वाले सृष्टि बदल भी सकते हैं। इनू भजन की ताकत का नहीं पता, इन्हें भजन की ताकत नूं चैलेंज किया। वो कहन लगे इनू वापस लो। परमेश्वर ने कहा उस ऋषि नूं, कहंदे वापस लो। कहन लगा वापस तो लै लेना, पर मेरी होंद भी तो रह जाए। कहंदे रहूगी। उस तो बाद उस ऋषि ने वचन वापस लिया ते उन्हां फलां दे विचों, उन्हां रुखां दे विचों एक रुख सी नारियल दा, जिथे वो बंदे दी खोपड़ी रहन दिती। कहंदे जदों तक सृष्टि रहेगी तेरे भजन की ताकत जिउंदी रहेगी। जिवें पानी तो बिना बंदा नहीं जिउंदा रह सकता, इसे तरह नारियल उस गल दी स्पष्ट उदाहरण है भी जिउंदी जागदी वो एक खोपड़ी है। ये तेरी रहूगी रहंदी दुनिया तक निशानी। इसे करके जिस वेले गुरता गद्दी गुरु साहब ने दिती, पहले सतगुरां तो लैके 10वें पातशाह के 5 पैसे नारियल रखिया। नारियल खोपड़ी का संकेत दिंदा है कि असी अपना आप कुर्बान किया है। सो इसके वड्डे वड्डे जिन्ने भी देवते सी, जिन्नियां नूं हंकार होया खालसा जी, उन्हां नूं हंकार दा भुगतान भी उन्ना समय ही भुगतना पिया। ये मनुखा दे ही है जिहदे विच गलती है, कर करे सो है कर पाए। इधर गलती हुई, इधर माफी मंग लई। इस करके सतगुरु साहब गरीब नूं आज पातशाह कहंदे है, सनक सनंद महेश समाना।
शिव जी वर्गे, ब्रह्मा वर्गे, विष्णु वर्गे ਵੱਡੇ ਵੱਡੇ ਦੇਵਤੇ ਜਦੋਂ ਕੋਈ ਨਾ ਕੋਈ ਕੁਤਾਹੀ ਹੋ ਗਈ ਉਹ ਪਰਮੇਸ਼ਰ ਨੂੰ ਪਾ ਨਹੀਂ ਸਕਦੇ। ਉਸ ਗੁਨਾਹ ਨੂੰ ਭੁਗਤਦੇ ਭੁਗਤਦੇ ਕਿੰਨਾ ਸਮਾਂ ਲੰਘ ਗਿਆ ਉਹਨਾਂ ਨੂੰ, ਉਹ ਖਤਮ ਨਹੀਂ ਕਰ ਸਕੇ। ਤੇ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਇੱਥੇ ਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਬਚਨਾਂ ਵਿੱਚ ਫਰਮਾਨ ਕਰਦੇ ਆ ਵੀ ਏਡੇ ਏਡੇ ਵੱਡੇ ਜਿੰਨੇ ਵੀ ਸਨਕ ਸਨੰਦਨ ਸੰਤ ਕੁਮਾਰ ਵਰਗੇ, ਸ਼ਿਵ ਜੀ ਵਰਗੇ ਜਿਹੜੇ ਨੇ, ਉਹ ਵੀ ਪਰਮੇਸ਼ਰ ਦੇ ਅੰਤ ਨੂੰ, ਉਹਦੀ ਪਰਿਭਾਸ਼ਾ ਨੂੰ, ਇੱਕ ਪਰਿਭਾਸ਼ਾ ਨੂੰ ਦੱਸਣ ਲੱਗੇ ਸਨ। ਸੇਖ ਨਾਗ ਤੇਰੋ ਮਰਮ ਨਾ ਜਾਣਾ। ਜਿਹੜਾ ਸ਼ੇਸ਼ ਨਾਗ ਹੈ, ਹਜ਼ਾਰਾਂ ਜਿਹਦੇ ਮੂੰਹ ਨੇ ਰੋਜ਼ਾਨਾ ਹੀ ਪਰਮੇਸ਼ਰ ਦੇ ਹਜ਼ਾਰਾਂ ਨਾਮ ਉਚਾਰਨ ਕਰਦਾ, ਇੰਨੇ ਯੁਗਾਂ ਤੋਂ ਲੱਗਿਆ ਹੋਇਆ ਨਾਮ ਉਚਾਰਨ ਕਰਦਾ, ਉਹ ਵੀ ਅੰਤ ਨਹੀਂ ਪਾ ਸਕਿਆ। ਰੋਜ਼ਾਨਾ ਨਵੇਂ ਨਾਮ ਉਚਾਰਨ ਕਰਦਾ, ਜਿਹੜਾ ਨਾਮ ਇੱਕ ਵਾਰ ਉਚਾਰਨ ਕਰ ਲੈਂਦਾ ਦੁਬਾਰਾ ਨਹੀਂ ਕਰ ਸਕਦਾ, ਦੁਬਾਰਾ ਨਹੀਂ ਕਰਦਾ। ਪਰ ਫਿਰ ਵੀ ਅੱਜ ਤੱਕ ਉਹ ਪਰਮੇਸ਼ਰ ਦਾ ਅੰਤ ਨਹੀਂ ਪਾ ਸਕਿਆ, ਉਹਦੀ ਮਹਿਮਾ ਦਾ ਕਥਨ ਨਹੀਂ ਕਰ ਸਕਿਆ। ਸੰਤ ਸੰਗਤ ਰਾਮ ਹਿਰਦੈ ਬਸਾਈ। ਇਹ ਰਹਾਉ ਦੀ ਪੰਕਤੀ ਹੈ। ਰਹਾਉ ਦੀ ਪੰਕਤੀ ਵਿਦਵਾਨਾਂ ਨੇ ਸ਼ਬਦ ਦਾ ਕੇਂਦਰੀ ਭਾਵ ਦੱਸਿਆ ਹੈ। ਤੋ ਕੇਂਦਰੀ ਭਾਵ ਦੇ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਆ, ਕਹਿੰਦੇ ਉਹ ਪਰਮੇਸ਼ਰ, ਜਿਸ ਪਰਮੇਸ਼ਰ ਨੂੰ ਸ਼ਿਵ ਜੀ, ਬ੍ਰਹਮਾ ਵਰਗੇ, ਸੰਤ ਸਨੰਦਨ, ਸੰਤ ਕੁਮਾਰ ਵਰਗੇ ਵੱਡੇ ਵੱਡੇ ਮਹਾਨ ਮਹਾਤਮਾ ਵੀ ਆ ਗਏ, ਤੇ ਸ਼ੇਖ ਨਾਗ ਵਰਗੇ ਜਿਹਦੀ ਮਹਿਮਾ ਕਹਿ ਕਹਿ ਕੇ, ਜਿਹਦੇ ਨਾਮ ਕਹਿ ਕਥਨ ਕਰ ਕਰਕੇ ਅੱਜ ਤੱਕ ਕਥਨ ਕਰਦੇ ਆ ਰਹੇ, ਅੰਤ ਨਹੀਂ ਪਾ ਸਕੇ। ਉਸ ਪਰਮੇਸ਼ਰ ਨੂੰ ਜੇ ਤੁਸੀਂ ਕਿਸੇ ਤਰੀਕੇ ਦੇ ਵਿੱਚ ਜਾਣਨਾ ਹੈ, ਜੇ ਉਹਨੂੰ ਸਮਝਣਾ ਹੈ, ਜੇ ਉਹਨੂੰ ਪਾਉਣਾ ਹੈ, ਸੰਤ ਸੰਗਤ ਰਾਮ ਹਿਰਦੈ ਵਸਾਈ। ਸੰਤਾਂ ਦੀ ਸੰਗਤ, ਸਾਧੂਆਂ ਦੀ, ਨਾਮ ਜਪਣ ਵਾਲਿਆਂ ਦੀ, ਭਜਨ ਕਰਨ ਵਾਲਿਆਂ ਦੀ, ਗੁਰਮੁਖਾਂ ਦੀ, ਗੁਰਸਿੱਖਾਂ ਦੀ ਸੰਗਤ ਵਿੱਚ ਆ ਜਾਓ। ਜਿਹੜਾ ਏਡੇ ਏਡੇ ਦੇਵਤਿਆਂ ਨੂੰ ਨਹੀਂ ਨਾ ਮਿਲਿਆ, ਉਹ ਤੁਹਾਡੇ ਹਿਰਦੇ ਵਿੱਚ ਬੈਠ ਜਾਏਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਹਜ਼ਾਰਾਂ ਲੱਖਾਂ ਸਾਲ ਤਪ ਕਰਨ ਵਾਲਿਆਂ ਨੂੰ, ਹਜ਼ਾਰਾਂ ਹਜ਼ਾਰਾਂ ਨਾਮ ਜਪਣ ਵਾਲਿਆਂ ਨੂੰ ਨਹੀਂ ਪ੍ਰਾਪਤ ਹੋਇਆ, ਉਹ ਸਤ ਸੰਗਤ ਵਿੱਚ ਤੁਹਾਡੇ ਹਿਰਦੇ ਵਿੱਚ ਜ਼ਰੂਰ ਬੈਠ ਜਾਏਗਾ। ਏਡੀ ਮਹਿਮਾ ਖਾਲਸਾ ਜੀ ਸਤ ਸੰਗਤ ਦੀ, ਏਡੀ ਮਹਿਮਾ ਸਤ ਸੰਗਤ ਦੀ। ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਬੋਝ ਭਰੀ ਨਾਵ ਆਂਗੁਰੀ ਦੋਏ ਬਾਹਰ ਹੋਏ, ਪਾਰ ਪਰੈ ਪਾਰ ਪਰੈ ਪੂਰ ਸਭੈ ਕੁਸਲ ਬਿਹਾਤ ਹੈ। ਜਿਵੇਂ ਬੋਝ ਭਰਿਆ ਹੋਵੇ ਨਾ, ਜਿਹੜੇ ਆਪਾਂ ਬੇੜੇ ਦੇਖਦੇ ਆ, ਸਮੁੰਦਰੀ ਜਹਾਜ਼ ਦੇਖਦੇ ਆ, ਕਿੰਨਾ ਕੁਝ ਲੱਦਦੇ ਆ ਇਹਨਾਂ ਵਿੱਚ। ਸੈਂਕੜੇ ਸੈਂਕੜੇ ਜੀਵ ਜਿਹੜੇ ਹਜ਼ਾਰਾਂ ਹਜ਼ਾਰਾਂ ਟਿਕਟਾਂ ਕਰਾ ਕੇ ਉਹਦੇ ਵਿੱਚ ਜਾਂਦੇ ਆ, ਉਹ ਹੁੰਦੇ ਆ, ਹੋਰ ਸਮਾਨ ਹੁੰਦਾ ਸਮੁੰਦਰੀ ਜਹਾਜ਼ਾਂ ਵਿੱਚ, ਤੇ ਜਹਾਜ਼ ਵੀ ਰੱਖ ਦਿੰਦੇ ਆ ਛੋਟੇ, ਪਤਾ ਨਹੀਂ ਕਿੰਨਾ ਰਾਸ਼ਨ ਸਮਾਨ ਲੱਦ ਕੇ ਲੈ ਕੇ ਜਾਂਦੇ ਆ। ਜਹਾਜ਼ ਸਾਰਾ ਹੀ ਪਾਣੀ ਵਿੱਚ ਡੁੱਬ ਜਾਂਦਾ, 2 ਉਂਗਲੀਆਂ ਬਾਹਰ ਰਹਿ ਜੇ ਨਾ ਸਿਰੇ ਲੱਗ ਜਾਂਦਾ, 2 ਉਂਗਲੀਆਂ ਬਾਹਰ ਰਹਿਣ ਤੇ ਜੇ ਉਹ 2 ਉਂਗਲੀਆਂ ਵੀ ਡੁੱਬ ਜਾਏ ਸਾਰਾ ਖਤਮ ਹੋ ਗਿਆ, ਸਾਰਾ ਕੁਝ ਹੀ ਲੈ ਡੁੱਬਦਾ। ਪਰ ਜੇ 2 ਉਂਗਲੀਆਂ ਬਾਹਰ ਰਹਿ ਜਾਏ ਸਾਰਾ ਸਿਰੇ ਲੱਗ ਜਾਂਦਾ। ਭਾਈ ਗੁਰਦਾਸ ਸਾਹਿਬ ਕਹਿੰਦੇ 100 ਸਾਲ ਦੀ ਉਮਰ ਹੈ, 24 ਘੰਟੇ ਨੇ ਰੋਜ਼ ਦੇ। 100 ਸਾਲ ਦੀ ਉਮਰ ਹੈ, 24 ਘੰਟਿਆਂ ਦੇ ਵਿੱਚ 2 ਘੜੀਆਂ, ਤੇ ਸਾਨੂੰ ਤੇ ਉਹ ਬੇਲ ਕਰਦਿਆਂ ਕਰਦਿਆਂ, ਰਹਿਤ ਦਿੰਦਿਆਂ ਦਿੰਦਿਆਂ, 1 ਘੜੀ ਆਧੀ ਘੜੀ, ਆਧੀ ਹੂੰ ਤੇ ਯਾਦ, 24 ਮਿੰਟਾਂ ਦੀ 1 ਘੜੀ, 12 ਮਿੰਟਾਂ ਦੀ ਅੱਧੀ ਘੜੀ, ਅੱਧੀ ਤੋਂ ਅੱਧੀ ਘੜੀ, 12 ਮਿੰਟਾਂ ਤੋਂ 5.5 6 ਮਿੰਟਾਂ ਦੀ ਅੱਧੀ ਤੋਂ ਅੱਧੀ ਘੜੀ। ਜੇ ਕਹਿੰਦੇ ਅੱਧੀ ਤੋਂ ਅੱਧੀ ਘੜੀ ਵੀ ਸਿਮਰਨ ਕਰ ਲਵੇਂ, ਸਤ ਸੰਗਤ ਵਿੱਚ ਬੈਠ ਜਾਵੇਂ, ਉਹ ਤੈਨੂੰ ਲਾਭ ਦੇਵੇਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਸਤ ਸੰਗਤ ਦੀ ਏਡੀ ਬੜੀ ਮਹਾਨਤਾ ਹੈ, ਏਡੀ ਵੱਡੀ ਮਹਿਮਾ ਹੈ। ਸਾਰਾ ਜੀਵਨ ਭਾਵੇਂ ਕਿੱਥੇ ਮਰਜੀ ਧੰਦੇ ਧੰਦਾਰਾਂ ਵਿੱਚ, ਪਰਿਵਾਰ ਦੇ ਹੋਰ ਕੰਮਾਂ ਕਾਰਾਂ ਵਿੱਚ, ਵਿਚਾਰ ਦੇ ਵਿਹਾਰ ਵਿੱਚ ਗਵਾ ਦੇ, ਪਰ ਜੇ ਅੱਧੀ ਤੋਂ ਅੱਧੀ ਘੜੀ ਸਤ ਸੰਗਤ ਵਿੱਚ ਆ ਜਾਏਗਾ, ਇਹ ਗੱਲ ਅਸੀਂ ਪ੍ਰਮਾਣਿਕ ਕਹਿ ਸਕਦੇ ਹਾਂ ਕਿ ਪਰਮੇਸ਼ਰ ਤੇਰੇ ਹਿਰਦੇ ਵਿੱਚ ਬੈਠ ਜਾਏਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨੂੰ ਹਿਰਦੇ ਵਿੱਚ ਬਿਠਾਉਣ ਵਾਸਤੇ ਤੈਨੂੰ ਸਨਕ ਸਨੰਦ, ਸੰਤ ਕੁਮਾਰ ਵਰਗੇ, ਮਹੇਸ਼ ਸਮਾਨਾ ਵਰਗੇ, ਸ਼ੇਖ ਨਾਗ ਵਾਂਗੂ ਹਜ਼ਾਰਾਂ ਹਜ਼ਾਰਾਂ ਨਾਮ ਲੈਣ ਦੀ ਜ਼ਰੂਰਤ ਨਹੀਂ ਹੈ। ਇੰਨੇ ਇੰਨੇ ਬਰੇ ਤਪ ਕਰਨ ਦੀ, ਚੌਂਕੜੇ ਲਾਣ ਦੀ ਜ਼ਰੂਰਤ ਨਹੀਂ ਹੈ। ਪੁੱਠੇ ਲਮਕਣ ਦੀ, ਧੂਣੀਆਂ ਤਾਪਣ ਦੀ, ਜਲ ਧਾਰੇ ਕਰਨ ਦੀ ਜ਼ਰੂਰਤ ਨਹੀਂ ਹੈ। ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੈ। ਕੇਵਲ ਸਤ ਸੰਗਤ ਵਿੱਚ ਆ ਜਾ, ਸਾਰਾ ਕੁਝ ਇੱਥੇ ਹੀ ਮਿਲ ਜਾਣਾ। ਸਤ ਸੰਗਤ ਖਾਲਸਾ ਜੀ ਏਡੀ ਵੱਡੀ ਮਹਾਨਤਾ ਰੱਖਦੀ ਹੈ। ਤੇ ਸਤ ਸੰਗਤ ਦਾ ਤਾਂ ਮਹਾਰਾਜ ਸਾਹਿਬ ਜੀ ਨੇ ਅੰਤ ਕਰ ਦਿੱਤਾ। ਕਹਿੰਦੇ ਸੰਤ ਸੰਗਤ ਰਾਮ ਹਿਰਦੈ ਵਸਾਈ। ਕਹਿੰਦੇ ਪਰਮੇਸ਼ਰ ਨੂੰ ਜੇ ਹਿਰਦੇ ਵਿੱਚ ਵਸਾਉਣਾ ਹੈ, ਜੇ ਪਾਉਣਾ ਹੈ, ਤੇ ਉਹ ਪਰਮੇਸ਼ਰ ਆਪਣੇ ਸਾਧੂਆਂ ਦੀ ਸੰਗਤ ਤੋਂ ਬਿਨਾਂ ਮਿਲ ਹੀ ਨਹੀਂ ਸਕਦਾ।
ਸੋ ਗਰੀਬ ਨਵਾਜ ਪਾਤਸ਼ਾਹ ਜੀ ਇੱਥੇ ਰਹਾਉ ਦੀ ਪੰਕਤੀ ਵਿੱਚ ਉਸ ਪਰਮੇਸ਼ਰ ਦੀ ਮਹਿਮਾ ਕਰਕੇ ਕਹਿੰਦੇ ਹਨ ਕਿ ਇਸ ਪਰਮੇਸ਼ਰ ਨੂੰ ਪਾਉਣ ਲਈ ਜਿਸ ਤਰ੍ਹਾਂ ਖਾਲਸਾ ਜੀ ਦੁਨਿਆਵੀ ਸਿੱਖਿਆ ਲੈਣ ਵਾਸਤੇ ਸਾਨੂੰ ਗੁਰੂ ਧਾਰਨ ਕਰਨਾ ਪੈਂਦਾ ਹੈ, ਇਸੇ ਤਰ੍ਹਾਂ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਸਤੇ ਵੀ ਸਾਨੂੰ ਗੁਰੂ ਧਾਰਨ ਪੈਂਦਾ ਹੈ। ਤੇ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਸਤੇ ਗੁਰਸਿੱਖ ਕਹਿ ਲਓ, ਗੁਰਮੁਖ ਕਹਿ ਲਓ, ਨਾਮ ਜਪਣ ਵਾਲੇ ਅਭਿਆਸੀ ਕਹਿ ਲਓ, ਕੋਈ ਵੀ ਵਿਚਾਰ ਦੇ ਦਿਓ, ਕੋਈ ਵੀ ਨਾਮ ਦੇ ਦਿਓ, ਸਾਰੇ ਪਰਿਵਾਰ ਨੇ ਸਾਧੂ ਕਹਿ ਦਿਓ, ਮਹਾਤਮਾ ਕਹਿ ਦਿਓ, ਸੰਤ ਕਹਿ ਦਿਓ, ਜਿਹੜਾ ਵੀ ਨਾਮ ਜਪਣ ਵਾਲੇ ਨੂੰ ਦੇ ਦਿਓ, ਉਹਦੀ ਮਹਿਮਾ ਵਿੱਚ ਦੇ ਦਿਓ, ਉਹੋ ਹੀ ਪ੍ਰਵਾਨ ਹੈ। ਤੋ ਗੁਰੂ ਸਾਹਿਬ ਨੇ ਇੱਥੇ ਭਗਤ ਜੀ ਕਹਿੰਦੇ ਸੰਤ ਸੰਗਤ ਰਾਮ ਹਿਰਦੈ ਵਸਾਈ, ਉਸ ਪਰਮੇਸ਼ਰ ਨੂੰ ਪਾਉਣ ਵਾਸਤੇ ਸਤ ਸੰਗਤ ਪ੍ਰਾਪਤੀ ਹੈ। ਰਹਾਉ ਹਨੂਮਾਨ ਸਰ ਗਰੁੜ ਸਮਾਨਾ। ਤੇ ਮਹਾਰਾਜ ਸਾਹਿਬ ਜੀ ਇੱਥੇ ਹੁਣ ਵਿਚਾਰ ਦੱਸਦੇ ਆ ਵੀ ਉਹ ਕਿੱਡਾ ਵੱਡਾ ਵਿਰਾਟ ਰੂਪ ਹੈ ਪਰਮੇਸ਼ਰ ਹਨੂਮਾਨ। ਹਨੂਮਾਨ ਖਾਲਸਾ ਜੀ ਇਤਿਹਾਸ ਦੇ ਵਿੱਚ ਤ੍ਰੇਤੇ ਯੁੱਗ ਦੇ ਭਗਵਾਨ ਰਾਮਚੰਦਰ ਜੀ ਦੇ ਸਮੇਂ ਹੋਏ ਆ। ਹਨੂਮਾਨ ਸਰ ਗਰੁੜ ਸਮਾਨਾ। ਤ੍ਰੇਤੇ ਯੁੱਗ ਦਾ ਹਨੂਮਾਨ ਉਦੋਂ ਤੋਂ ਤਪ ਕਰ ਰਿਹਾ ਪਰਮੇਸ਼ਰ ਨੂੰ ਪਾਉਣ ਵਾਸਤੇ। ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਰਾਮਚੰਦਰ ਦੇ ਚਰਨਾਂ ਵਿੱਚ ਸੇਵਾ ਕਰਦਾ ਰਿਹਾ ਵੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ। ਤੇ ਏਡੀ ਵੱਡੀ ਸੇਵਾ ਕਰਕੇ ਗਰੁੜ ਸਮਾਨਾ, ਗਰੁੜ ਕਹਿੰਦੇ ਵਿਸ਼ਨੂੰ ਦਾ ਜਿਹੜਾ ਵਾਹਕ ਹੈ, ਵਿਸ਼ਨੂੰ ਸਵਾਰੀ ਕਰਦੇ ਆ ਗਰੁੜ ਦੀ, ਤੇ ਪੰਛੀਆਂ ਦਾ ਰਾਜਾ ਹੈ। ਸੋ ਉਹ ਗਰੁੜ ਜੋ ਹੈ ਤੇ ਇਧਰ ਹਨੂਮਾਨ ਜਿਹੜਾ ਏਡੇ ਵੱਡਾ ਤਪ ਕਰਨ ਵਾਲਾ ਹੈ, ਤ੍ਰੇਤੇ ਯੁੱਗ ਤੋਂ ਇੰਨੇ ਤਪ ਕਰਦੇ ਰਾਹ ਪਰਮੇਸ਼ਰ ਨੂੰ ਪਾਉਣ ਲਈ ਲੱਗੇ ਹੋਏ, ਪਰਮੇਸ਼ਰ ਦੀ ਪ੍ਰਾਪਤੀ ਲਈ ਲੱਗੇ ਰਹੇ। ਸੁਰਪਤ ਨਰਪਤ ਨਹੀਂ ਗੁਣ ਜਾਨਾ। ਮਹਾਰਾਜ ਕਹਿੰਦੇ ਇਹਨਾਂ ਦੇਵਤਿਆਂ ਤੋਂ ਬਿਨਾ ਸੁਰਪਤ, ਸੁਰ ਕਹਿੰਦੇ ਦੇਵਤੇ, ਪਤ ਕਹਿੰਦੇ ਸੁਰਪਤੀ, ਦੇਵਤਿਆਂ ਦਾ ਰਾਜਾ ਇੰਦਰ। 33 ਕਰੋੜ ਉਹਦੀ ਸੈਨਾ ਹੈ ਦੇਵਤਿਆਂ ਦੀ। 33 ਕਰੋੜਾਂ ਦਾ ਰਾਜਾ ਇੰਦਰ ਤੇ ਨਰਪਤ, ਨਰਾਂ ਦਾ ਪਤੀ, ਜੀਵਾਂ ਨੂੰ ਪੈਦਾ ਕਰਨ ਵਾਲਾ, ਜੀਵਾਂ ਦਾ ਰਾਜਾ ਬ੍ਰਹਮਾ, ਉਹ ਵੀ ਲੱਗ ਗਿਆ, ਹਨੂਮਾਨ ਵੀ ਲੱਗ ਗਿਆ, ਬੜੇ ਬੜੇ ਦੇਵਤੇ ਲੱਗ ਗਏ, ਪਰ ਉਸ ਪਰਮੇਸ਼ਰ ਦੇ ਨਹੀਂ ਗੁਣ ਜਾਨਾ, ਗੁਣ ਨਹੀਂ ਜਾਣ ਸਕੇ। ਉਸ ਪਰਮੇਸ਼ਰ ਦੀ ਮਹਿਮਾ ਦਾ ਕਥਨ ਵਿਖਿਆਨ ਨਹੀਂ ਕਰ ਸਕੇ। ਚਾਰ ਭੇਦ ਅਰ ਸਿਮਰਿਤ ਪੁਰਾਨਾ। ਫਿਰ ਉਹਨਾਂ ਨੇ ਉਸ ਪਰਮੇਸ਼ਰ ਦੀ ਮਹਿਮਾ ਨੂੰ ਕਹਿਣ ਕਰਦਿਆਂ ਫਿਰ ਕਹਿੰਦੇ ਲਿਖਣਾ ਸ਼ੁਰੂ ਕਰ ਦਿੱਤਾ ਵੀ ਹੁਣ ਅਸੀਂ ਲਿਖ ਲਈਏ। 4 ਵੇਦ ਲਿਖ ਦਿੱਤੇ। 4 ਵੇਦ ਲਿਖ ਕੇ ਫਿਰ ਸਿਮਰਤੀਆਂ ਲਿਖ ਦਿੱਤੀਆਂ। 27 ਸਿਮਰਤੀਆਂ 17 ਰਿਸ਼ੀਆਂ ਨੇ ਬੜਾ ਤਪ ਕਰਕੇ ਲਿਖੀਆਂ। ਉਹਨਾਂ 4 ਵੇਦ ਅਰ ਸਿਮਰਤ ਪੁਰਾਨਾ 18 ਪੁਰਾਣ ਲਿਖ ਦਿੱਤੇ। 4 ਵੇਦ 6 ਸ਼ਾਸਤਰ 18 ਪੁਰਾਣ 27 ਸਿਮਰਤੀਆਂ, ਇੰਨਾ ਕੁਝ ਲਿਖ ਦਿੱਤਾ, ਪਰ ਅੰਤ ਫਿਰ ਵੀ ਨਹੀਂ ਜਾਣ ਸਕਦੇ। 4 ਵੇਦ ਅਰ ਸਿਮਰਤ ਪੁਰਾਨਾ। ਕਮਲਾ ਪਤ ਕਵਲਾ ਨਹੀਂ ਜਾਨਾ। ਮਹਾਰਾਜ ਕਹਿੰਦੇ ਏਡਾ ਵੱਡਾ ਪਰਮੇਸ਼ਰ ਹੈ, ਉਹਦਾ ਕੋਈ ਅੰਤ ਹੀ ਨਹੀਂ ਜਾਣ ਸਕਿਆ। ਬ੍ਰਹਮਾ ਵਰਗੇ 4 ਵੇਦ ਉਚਾਰਨ ਕਰਕੇ, ਸਿਮਰਤੀਆਂ ਉਚਾਰਨ ਕਰਕੇ, ਪੁਰਾਨ ਉਚਾਰਨ ਕਰਕੇ ਉਹਦਾ ਅੰਤ ਨਹੀਂ ਜਾਣ ਸਕੇ। ਕਹਿ ਕਬੀਰ ਸੋ ਭਰਮੈ ਨਾਹੀ। ਉਸ ਪਰਮੇਸ਼ਰ ਦੇ ਵਿਰਾਟ ਰੂਪ ਦਾ ਉਚਾਰਨ ਕਰਦਿਆਂ ਕਬੀਰ ਸਾਹਿਬ ਅੰਤ ਵਿੱਚ ਆ ਕੇ ਪਤਾ ਕੀ ਕਹਿੰਦੇ? ਕਹਿੰਦੇ ਗੁਰਮੁਖੋ ਭਰਮ ਨਾ ਜਾਇਓ। ਕਈ ਵਾਰ ਬੰਦੇ ਦਾ ਵਿਸ਼ਵਾਸ ਹੀ ਟੁੱਟ ਜਾਂਦਾ ਵੀ ਇਹ ਤਾਂ ਹੱਦ ਹੈ ਹੀ ਨਹੀਂ, ਵੀ ਜਿਹਦਾ ਅੰਤ ਸੰਤ ਸਨੰਦਨ ਸੰਤ ਕੁਮਾਰ ਵਰਗੇ ਨਹੀਂ ਮੰਨ ਸਕੇ, ਸ਼ਿਵ ਜੀ ਵਰਗੇ ਵੱਡੇ ਦੇਵਤੇ ਨਹੀਂ ਮੰਨ ਸਕੇ, ਸ਼ੇਖ ਨਾਗ ਵਰਗੇ ਜਿਹਦੀ ਮਹਿਮਾ ਕਰਕੇ ਉਹਨੂੰ ਨਹੀਂ ਪ੍ਰਾਪਤ ਕਰ ਸਕੇ, ਹਨੂਮਾਨ ਵਰਗੇ, ਗਰੁੜ ਵਰਗੇ ਜਿਹੜੇ ਵਿਸ਼ਨੂੰ ਦੇ ਹੀ ਵਾਹਕ ਬਣ ਗਏ, ਇਦੋਂ ਵੱਡਾ ਨਜ਼ਦੀਕ ਕੌਣ ਹੋ ਸਕਦਾ ਵਿਸ਼ਨੂੰ ਦਾ? ਤੇ ਕਹਿੰਦੇ ਜਿਹਦੇ ਤੋਂ ਬਿਨਾ ਵਿਸ਼ਨੂੰ ਚੱਲਦਾ ਹੀ ਨਾ ਹੋਵੇ, ਗਰੁੜ ਵਰਗੇ ਨਹੀਂ ਪਰਮੇਸ਼ਰ ਦਾ ਅੰਤ ਪਾ ਸਕੇ। ਫਿਰ ਕਹਿੰਦੇ 33 ਕਰੋੜ ਦੇਵਤਿਆਂ ਦਾ ਇੰਦਰ ਰਾਜਾ, ਉਹ ਨਹੀਂ ਅੰਤ ਪਾ ਸਕਿਆ। ਬ੍ਰਹਮਾ ਨੇ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੀ ਨਹੀਂ ਅੰਤ ਪਾ ਸਕਿਆ। ਤਾਂ ਅਸੀਂ ਕੀ ਪਾਵਾਂਗੇ? ਛੱਡੋ, ਰੱਬ ਨੂੰ ਪਾਉਣਾ ਕੀ ਆ? ਵਿਸ਼ਵਾਸ ਟੁੱਟ ਜਾਂਦਾ ਨਾ ਵੀ ਏਡੇ ਵੱਡੇ ਅਵਤਾਰ, ਏਡੇ ਵੱਡੇ ਤਪੀਸ਼ਰ, ਏਡੇ ਵੱਡੇ ਦੇਵਤੇ ਨਹੀਂ ਪਾ ਸਕੇ, ਆਪਾਂ ਕਿੱਥੇ ਪਾ ਲੈਣਾ? ਛੱਡੋ, ਨਾਮ ਜਪਦੇ ਹੀ ਨਹੀਂ। ਪਰ ਨਹੀਂ, ਇੱਥੇ ਅੰਤ ਦੇ ਵਿੱਚ ਸਾਨੂੰ ਨਿਰਣਾ ਦਿੱਤਾ ਹੈ, ਨਿਰਣਾਇਕ ਕੀਤਾ ਹੈ ਕਬੀਰ ਸਾਹਿਬ ਜੀ ਨੇ। ਕਬੀਰ ਸਾਹਿਬ ਨੇ ਨਿਰਣਾ ਦਿੱਤਾ ਹੈ, ਗੁਰੂ
ਗ੍ਰੰਥ ਸਾਹਿਬ ਮਹਾਰਾਜ ਜੀ ਨੇ, ਗੁਰੂ ਅਰਜਨ ਦੇਵ ਮਹਾਰਾਜ ਨੇ ਉਹਦੇ ਉੱਤੇ ਮੋਹਰ ਲਾਈ ਹੈ। ਇਸੇ ਕਰਕੇ ਜਦੋਂ ਵੀ ਆਪਾਂ ਭਗਤਾਂ ਦੀ ਬਾਣੀ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਦੋਂ ਵੀ ਪੜ੍ਹਦੇ ਆ ਨਾ, ਭਗਤਾਂ ਦੀ ਬਾਣੀ ਜ਼ਰੂਰ ਹੈ ਪਰ ਉਹ ਗੁਰਬਾਣੀ ਬਣ ਗਈ ਹੈ। ਉਹਦਾ ਕਾਰਨ ਕੀ ਹੈ? ਕਿਉਂਕਿ ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਸਾਖਸ਼ਾਤ ਗੁਰੂ ਨੇ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਹੁਣ ਕਬੀਰ ਸਾਹਿਬ ਗੁਰੂ ਗ੍ਰੰਥ ਦੇ ਵਿੱਚ ਅਭੇਦ ਹੋ ਗਏ ਆ, ਤੇ ਐਵੇਂ ਅਭੇਦ ਹੋ ਗਏ ਆ ਜਿਵੇਂ ਕੋਈ ਸਮੁੰਦਰ ਦੇ ਵਿੱਚੋਂ ਨਦੀ ਨਿਕਲੀ, ਉਹ ਨਦੀ ਸੀ, ਜਦੋਂ ਸਮੁੰਦਰ ਵਿੱਚ ਆ ਗਈ ਉਹ ਸਮੁੰਦਰ ਹੀ ਹੋ ਗਈ, ਨਦੀ ਤਾਂ ਰਹੀ ਨਹੀਂ। ਜਦੋਂ ਸਮੁੰਦਰ ਵਿੱਚੋਂ ਨਿਕਲੀ ਸੀ ਉਦੋਂ ਨਦੀ ਸੀ, ਜਦੋਂ ਕਬੀਰ ਬਾਹਰ ਨਿਕਲੇ ਸੀ, ਸੰਸਾਰ ਵਿੱਚ ਆਏ ਸੀ, ਉਦੋਂ ਉਹ ਕਬੀਰ ਸੀ। ਜਦੋਂ ਕਬੀਰ ਉਸ ਪਰਮੇਸ਼ਰ ਦੇ ਵਿੱਚ ਸਮਾ ਗਏ ਫਿਰ ਉਹ ਪਰਮੇਸ਼ਰ ਹੀ ਹੋ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋਨੇ ਦਾ ਤੇ ਸੋਨੇ ਦੇ ਗਹਿਣਿਆਂ ਦਾ ਕੀ ਫਰਕ ਹੈ? ਬਿਸਕੁਟ ਦੇ ਦਿਓ ਕਿਸੇ ਨੂੰ ਸੋਨੇ ਦਾ, ਸੁਨਿਆਰੇ ਨੂੰ, ਉਹ ਕੀ ਕਹੇਗਾ? ਕਹੇਗਾ ਬਿਸਕੁਟ ਹੈ। ਫਿਰ ਉਹਨੂੰ ਕਹਿ ਦਿਓ ਜੀ ਇਹਨੂੰ ਢਾਲ ਕੇ ਇਹਦੇ ਗਹਿਣੇ ਬਣਾ ਦਿਓ, ਕੜਾ ਬਣਾ ਦਿਓ, ਕੰਗਣ ਬਣਾ ਦਿਓ, ਵਾਲੀਆਂ ਬਣਾ ਦਿਓ, ਮੁੰਦਰੀਆਂ ਬਣਾ ਦਿਓ, ਹਾਰ ਬਣਾ ਦਿਓ, ਕੈਂਠਾ ਬਣਾ ਦਿਓ, ਉਹ ਬਣਾ ਦੇਗਾ। ਤੇ ਕੀ ਕਹਾਂਗੇ? ਵੀ ਇਹ ਸੋਨਾ ਹੀ ਹੈ। ਫਿਰ ਲਿਜਾ ਕੇ ਉਹਨੂੰ ਕਹੀਏ ਵੀ ਇਹਨੂੰ ਢਾਲ ਕੇ ਬਿਸਕੁਟ ਬਣਾ ਦੇ। ਜਦੋਂ ਬਿਸਕੁਟ ਸੀ ਉਦੋਂ ਵੀ ਸੋਨਾ ਸੀ, ਜਦੋਂ ਕੈਂਠਾ ਕੜਾ ਕਣਾ ਮੁੰਦੀ ਛਾਪ ਬਣਿਆ ਉਦੋਂ ਵੀ ਸੋਨਾ ਸੀ, ਜਦੋਂ ਢਾਲ ਕੇ ਫਿਰ ਬਿਸਕੁਟ ਬਣਾਤਾ ਫਿਰ ਵੀ ਸੋਨਾ ਹੀ ਸੀ। ਇਹ ਹੈ ਭਗਤਾਂ ਦਾ ਤੇ ਵਾਹਿਗੁਰੂ ਦਾ। ਜਦੋਂ ਆਪਣੇ ਅਭੇਦ ਰੂਪ ਦੇ ਵਿੱਚ ਹੈ ਪਰਮੇਸ਼ਰ, ਆਪਣੇ ਵਿਰਾਟ ਰੂਪ ਦੇ ਵਿੱਚ ਹੈ, ਉਦੋਂ ਸੋਨੇ ਦੀ ਡਲੀ ਹੈ, ਬਿਸਕੁਟ ਹੈ। ਜਦੋਂ ਪਰਮੇਸ਼ਰ ਨੇ ਉਹਨੂੰ ਬਣਾ ਦਿੱਤਾ, ਕਿਸੇ ਨੂੰ ਮੁੰਦੀ ਬਣਾ ਦਿੱਤਾ, ਗਹਿਣਾ ਬਣਾ ਦਿੱਤਾ, ਕੈਂਠਾ ਬਣਾ ਦਿੱਤਾ, ਉਦੋਂ ਉਹਦਾ ਰੂਪ ਬਣ ਗਿਆ। ਕਬੀਰ, ਰਵਿਦਾਸ, ਜੈਦੇਵ, ਤਰਲੋਚਨ ਬਣ ਕੇ ਆ ਗਿਆ, ਗਹਿਣਾ ਬਣ ਕੇ ਆ ਗਿਆ। ਜਦੋਂ ਗਹਿਣਾ ਸਮਾਪਤ ਹੋ ਕੇ ਫਿਰ ਦੁਬਾਰਾ ਬਿਸਕੁਟ ਵਿੱਚ ਪ੍ਰਵੇਸ਼ ਕਰ ਗਿਆ, ਫਿਰ ਉਹ ਬਿਸਕੁਟ ਹੀ ਹੋ ਗਿਆ। ਆਖੋ ਸਤਨਾਮ। ਫਿਰ ਉਹ ਸੋਨਾ ਹੀ ਹੋ ਗਿਆ। ਫਿਰ ਉਹ ਨਦੀ ਬਾਹਰ ਨਿਕਲੀ, ਸਮੁੰਦਰ ਦੇ ਵਿੱਚੋਂ ਬਾਹਰ ਨਿਕਲੀ, ਸਮੁੰਦਰ ਵਿੱਚੋਂ ਬਾਹਰ ਨਿਕਲ ਕੇ ਆਪਣਾ ਨਾਮ ਬਣਾਇਆ। ਜਦੋਂ ਮੁੜ ਕੇ ਸਮੁੰਦਰ ਵਿੱਚ ਆ ਗਈ ਫਿਰ ਉਹ ਨਦੀ ਸਮੁੰਦਰ ਹੀ ਬਣ ਗਈ। ਸੰਤਨ ਸੰਗ ਕਬੀਰਾ ਬਿਗਰਿਓ, ਸੋ ਕਬੀਰ ਰਾਮੈ ਹੋਏ ਨੇ ਬਰਿਓ। ਫਿਰ ਰੱਬ ਹੀ ਬਣ ਗਿਆ। ਹਰ ਜਨ ਦੋਈ ਏਕ ਹੈ, ਜੋ ਪ੍ਰਾਨੀ ਨਿਸ ਦਿਨ ਭਜੈ, ਰੂਪ ਰਾਮ ਤਹਿ ਜਾਨ। ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਸੋ ਇੱਥੇ ਕਬੀਰ ਸਾਹਿਬ ਜੀ ਤਾਂ ਕਹਿ ਹੀ ਰਹੇ ਨੇ, ਗੁਰੂ ਅਰਜਨ ਦੇਵ ਮਹਾਰਾਜ ਉਹਦੀ ਮੋਹਰ ਲਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰਾਹੀਂ ਸਾਨੂੰ ਫਰਮਾਨ ਦੇ ਰਹੇ ਆ। ਵੱਡੇ ਵੱਡੇ ਦੇਵੀ ਦੇਵਤੇ ਜਿਸ ਪਰਮੇਸ਼ਰ ਨੂੰ ਨਹੀਂ ਪਾ ਸਕੇ, ਵੱਡੇ ਵੱਡੇ ਤਪ ਕਰਨ ਵਾਲੇ, ਵੱਡੇ ਵੱਡੇ ਨਾਮ ਜਪਣ ਵਾਲੇ, ਵੱਡੇ ਵੱਡੇ ਧਿਆਨ ਧਾਰਨ ਵਾਲੇ, ਵੱਡੇ ਵੱਡੇ ਯੋਗ ਕਰਨ ਵਾਲੇ, ਵੱਡੇ ਵੱਡੇ ਧੂਣੀਆਂ ਤਾਪਣ ਵਾਲੇ ਜਿਸ ਪਰਮੇਸ਼ਰ ਨੂੰ ਨਹੀਂ ਪਾ ਸਕੇ ਨਾ, ਉਹਨੂੰ ਤੁਸੀਂ ਪਾ ਸਕਦੇ ਹੋ। ਭਰਮ ਵਿੱਚ ਨਾ ਰਹਿਓ। ਕਹੇ ਕਬੀਰ ਸੋ ਭਰਮੈ ਨਾਹੀ। ਅੰਤਲੀ ਪੰਕਤੀ ਪੜ੍ਹ। ਪਗ ਲਗ ਰਾਮ ਰਹਿ ਸਰ ਨਾਹੀ। ਤੁਸੀਂ ਪ੍ਰਾਪਤ ਕਰ ਸਕਦੇ ਹੋ। ਤੁਸੀਂ ਗੁਰਮੁਖੋਂ ਜਿਹੜੇ ਇਸ ਸ਼ਬਦ ਨੂੰ, ਜਿਹੜੇ ਉਸ ਪਰਮੇਸ਼ਰ ਨੂੰ ਪਾਉਣਾ ਚਾਹੁੰਦੇ ਹੋ ਨਾ, ਭਰਮਣਾ ਨਹੀਂ ਹੈ, ਭੁੱਲਣਾ ਨਹੀਂ ਹੈ, ਡਰਨਾ ਨਹੀਂ ਹੈ, ਉਲਝਣਾ ਨਹੀਂ ਹੈ, ਪਿੱਛੇ ਨਹੀਂ ਹਟਣਾ ਹੈ। ਕਹੇ ਕਬੀਰ ਸੋ ਭਰਮੈ ਨਾਹੀ। ਉਹ ਭਾਈ ਇਹਨਾਂ ਭਰਮਾਂ ਵਿੱਚ ਨਹੀਂ ਉਲਝਦਾ। ਕੌਣ? ਪਗ ਲਗ ਰਾਮ ਰਹਿ ਸ਼ਰਨਾਹੀ। ਜਿਹੜਾ ਚਰਨਾਂ ਨਾਲ ਜੁੜਿਆ ਰਹਿੰਦਾ ਹੈ ਉਹਦੇ ਵਿੱਚ ਹੀ ਜੁੜ ਜਾਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹਨੂੰ ਏਡੇ ਏਡੇ ਦੇਵਤੇ ਨਹੀਂ ਨਾ ਪ੍ਰਾਪਤ ਕਰ ਸਕਦੇ, ਜਿਹੜਾ ਉਸ ਪਰਮੇਸ਼ਰ ਦੇ ਚਰਨਾਂ ਵਿੱਚ ਜੁੜਿਆ ਰਿਹਾ ਉਹ ਉਸ ਪਰਮੇਸ਼ਰ ਨੂੰ ਪ੍ਰਾਪਤ ਕਰ ਸਕਦਾ ਹੈ। ਪ੍ਰਾਪਤ ਕੀਤਾ ਵੀ ਹੈ। ਜਿਨ੍ਹਾਂ ਨੇ ਕੀਤਾ ਹੈ ਉਹਨਾਂ ਦੀ ਅੱਜ ਆਪਾਂ ਇੱਥੇ ਕਬੀਰ ਸਾਹਿਬ ਜੀ ਦਾ ਸ਼ਬਦ ਹੀ ਪੜ੍ਹਿਆ ਤੇ ਕਬੀਰ ਜੀ ਨੇ ਪਾਇਆ ਸੀ, ਰਾਮਦੇਵ ਜੀ ਨੇ, ਨਾਮਦੇਵ ਜੀ ਨੇ, ਸਭ ਨੇ ਪਾਇਆ ਸੀ। ਤੇ ਜਿਨ੍ਹਾਂ ਨੇ ਕੀਤਾ ਹੈ ਉਹਨਾਂ ਦੀਆਂ ਅੱਜ ਵਿਚਾਰਾਂ ਆਪਾਂ ਸਰਵਣ ਕਰਕੇ ਨਿਹਾਲ ਹੋ ਰਹੇ ਹਾਂ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਬੇਅੰਤ ਵਿਚਾਰ ਕਰਦਿਆਂ ਭੁੱਲਾਂ ਹੋਈਆਂ ਹੋਣਗੀਆਂ। ਆਪ ਸਰਬੱਤ ਸੰਗਤ, ਸਤਿਗੁਰੂ ਗਰੀਬ ਨਿਵਾਜ ਸਰਬੱਤੀ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ, ਦਾਸ ਦੇ ਵਿਦਿਆਦਾਤੇ, ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪ੍ਰਿਤਪਾਲ ਸਿੰਘ ਜੀ ਜੋ ਇਸ ਸਥਾਨ ਦੇ ਹੈਡ ਗ੍ਰੰਥੀ ਹਨ, ਜੋ ਆਪ ਸੰਗਤਾਂ ਨੂੰ ਰੋਜ਼ਾਨਾ ਕਥਾ ਸਰਵਣ ਕਰਾਉਂਦੇ ਹਨ ਤੇ ਨਾ ਹੁਕਮ ਲਾਇਆ ਸੀ। ਸਤਿਗੁਰੂ ਸਾਹਿਬ ਜੀ ਨੇ ਤਰਸ ਕੀਤਾ, ਆਪਣੀ ਪਾਵਨ ਹਜ਼ੂਰੀ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਮਿਲਿਆ। ਭੁੱਲਾਂ ਗਲਤੀਆਂ ਦਾਸ ਦੀਆਂ ਬਖਸ਼ ਦੇਣੀਆਂ, ਵਿਚਾਰ ਸਤਿਗੁਰੂ ਸਾਹਿਬ ਜੀ ਦਾ ਤਰਸ ਕਰਕੇ ਹਿਰਦੇ ਵਿੱਚ ਵਸਾ ਲੈਣਾ, ਭੁੱਲਾਂ ਚੁੱਕਾਂ ਨੂੰ ਸਮਾਪਤ ਬਖਸ਼ਣਾ। ਅੰਤਲੀਆਂ ਸ਼ਬਦਾਂ ਦੇ ਨਾਲ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਹੋਇਆ ਭੁੱਲਾਂ ਦੀ ਮਾਫੀ ਮੰਗਦਾ ਹੋਇਆ ਫਤਿਹ ਦੀ ਹਾਜ਼ਰੀ ਭਰਦਾ ਹਾਂ। ਆਪ ਸਰਬੱਤ ਸੰਗਤ ਨੇ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਨੂੰ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ